ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਜੈ ਭੀਮ, ਨਮੋ ਬੁੱਧਾਏ, ਜੈ ਮੂਲ ਨਿਵਾਸੀ। ਬਹੁਜਨ ਕ੍ਰਾਂਤੀ ਮੋਰਚਾ ਇਟਲੀ ਦੇ ਵੱਲੋਂ ਇੱਕ YouTube ਚੈਨਲ ਚਲਾਇਆ ਗਿਆ ਤੇ ਉਹਦੇ ਰਾਹੀਂ ਅਸੀਂ ਅੱਜ ਪਹਿਲੀ ਇੰਟਰਵਿਊ ਕਰ ਰਹੇ ਹਾਂ। ਸੋ ਜਿੱਦਾਂ ਕਿ ਦੇਸ਼ ਵਿਦੇਸ਼ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜੇ ਇੱਥੇ ਮਿਸ਼ਨਰੀ ਲੋਕ ਆ ਕੇ ਵਸੇ ਹੋਏ ਨੇ, ਸੋ ਕਾਫੀ ਲੰਬੇ ਸਮੇਂ ਤੋਂ ਆਪਣੀ ਮਿਸ਼ਨ ਦੇ ਅੰਦੋਲਨ ਵਿੱਚ ਆਪਣਾ ਕੋਈ ਲਿਖ ਕੇ, ਕੋਈ ਕਵਿਤਾਵਾਂ, ਕੋਈ ਪੜ੍ਹ ਕੇ, ਕੋਈ ਪ੍ਰਚਾਰ ਪ੍ਰਸਾਰ ਰਾਹੀਂ ਆਪਣਾ ਜਿਹੜਾ ਬਣਦਾ ਸਹਿਯੋਗ ਦੇ ਰਿਹਾ। ਸੋ ਸਾਰਿਆਂ ਨੂੰ ਜਿਹੜਾ ਪ੍ਰਚਾਰ ਪ੍ਰਸਾਰ ਦੇ ਮਾਧਿਅਮ ਰਾਹੀਂ ਆਪ ਤੱਕ ਪਹੁੰਚਾਉਣ ਲਈ ਇੱਕ ਅਸੀਂ YouTube ਚੈਨਲ ਦੀ ਸ਼ੁਰੂਆਤ ਕੀਤੀ ਆ। ਤਾਂ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਆਪ ਸਾਰੇ ਜਣੇ ਉਸ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ, ਤੇ ਤਾਂ ਜੋ ਕਿ ਆਉਣ ਵਾਲੇ ਸਮੇਂ ਤੁਹਾਨੂੰ ਜਿਹੜੀਆਂ ਵਿਦੇਸ਼ ਦੀਆਂ ਐਕਟੀਵਿਟੀ ਵੀ ਤੁਹਾਨੂੰ ਜਿਹੜੀਆਂ ਮਿਲ ਸਕਣ। ਸੋ ਅੱਜ ਸਾਡੇ ਦਰਮਿਆਨ ਸ਼੍ਰੀ TL ਚਾਹਲ ਜੀ ਪਹੁੰਚੇ ਨੇ। TL ਚਾਹਲ ਜੀ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਕਿ ਉਹ ਬਹੁਜਨ ਮਹਾਂਪੁਰਸ਼ਾਂ ਦੇ ਸਾਹਿਤ ਨੂੰ ਜਿਹੜਾ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ, ਤੁਸੀਂ ਪੜ੍ਹਦੇ ਆਏ ਹੋ ਉਹਨਾਂ ਨੂੰ, ਤੇ ਕਾਫੀ ਸਾਰੀਆਂ ਕਿਤਾਬਾਂ ਦਾ ਉਹਨਾਂ ਨੇ ਅਨੁਵਾਦ ਵੀ ਕੀਤਾ ਤੇ ਬਹੁਤ ਲੰਬੇ ਸਮੇਂ ਤੋਂ, ਪਿਛਲੇ 50 ਸਾਲਾਂ ਤੋਂ ਮਿਸ਼ਨ ਦੀ ਫੀਲਡ ਵਿੱਚ ਕੰਮ ਕਰ ਰਹੇ ਨੇ। ਸੋ ਇਟਲੀ ਦੀ ਧਰਤੀ ਤੇ ਉਹ ਆਏ ਹੋਏ ਸੀਗੇ ਤੇ ਮੈਂ ਆਪ ਨੂੰ ਰੂਬਰੂ ਕਰਵਾਉਣ ਜਾ ਰਿਹਾ ਸ਼੍ਰੀ TL ਚਾਹਲ ਜੀ। TL ਚਾਹਲ ਜੀ, ਜੈ ਭੀਮ। ਬਹੁਜਨ ਕ੍ਰਾਂਤੀ ਮੋਰਚਾ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਸੋ TL ਚਾਹਲ ਜੀ, ਤੁਸੀਂ ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਤੁਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਲਈ ਪਿਛਲੇ 50 ਸਾਲ ਤੋਂ ਜਿਹੜਾ ਕੰਮ ਕਰ ਰਹੇ ਹੋ, ਸਪੀਡ ਵਿੱਚ ਸਰਗਰਮ ਹੋ ਤੁਸੀਂ, ਤੇ ਮੈਨੂੰ ਤੁਸੀਂ ਇਹ ਦੱਸੋ ਤੁਸੀਂ ਇਸ ਵਿੱਚ ਕਿੱਦਾਂ ਮਿਸ਼ਨ ਦੇ ਵਿੱਚ ਆਏ ਤੇ ਕਿੱਦਾਂ ਤੁਸੀਂ ਇਸ ਵਿੱਚ ਸਰਗਰਮ ਹੋਏ? ਦੇਖੋ ਜੀ, ਮੈਂ ਬਾਬਾ ਸਾਹਿਬ ਜੀ ਦੇ ਨਾਂ ਤੋਂ ਬਚਪਨ ਵਿੱਚ ਇਹ ਜਾਣੂ, ਔਰ 1959 ਦੇ ਵਿੱਚ ਇੰਗਲੈਂਡ ਆਉਣਾ ਹੋਇਆ, ਔਰ ਇੰਗਲੈਂਡ ਵਿੱਚ ਰਹਿੰਦਿਆਂ ਜਦੋਂ ਭਾਰਤ ਵਿੱਚ 1964-65 ਦਾ ਅੰਦੋਲਨ, ਰਿਪਬਲਿਕਨ ਪਾਰਟੀ ਵੱਲੋਂ ਅੰਦੋਲਨ ਸ਼ੁਰੂ ਹੋਇਆ, ਉਸ ਤੋਂ ਜ਼ਿਆਦਾ ਜਾਗਰੂਕ ਹੋਏ, ਔਰ ਇਸ ਦਾ ਪ੍ਰਭਾਵ ਜੋ ਹੈ ਉਹ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਤੇ ਵੀ ਪਿਆ। ਤੇ ਉਸ ਅੰਦੋਲਨ ਵੇਲੇ ਇੰਗਲੈਂਡ ਵਿੱਚ ਰਿਪਬਲਿਕਨ ਗਰੁੱਪ ਆਫ ਗ੍ਰੇਟ ਬ੍ਰਿਟੇਨ ਸਥਾਪਿਤ ਕੀਤਾ ਗਿਆ, ਜਿਹਦੇ ਰਾਹੀਂ ਉਸ ਅੰਦੋਲਨ ਨੂੰ ਸਹਾਇਤਾ ਦਿੱਤੀ ਗਈ। ਔਰ ਉਸ ਅੰਦੋਲਨ ਤੋਂ ਬਾਅਦ ਫਿਰ ਇਹ ਜੋ ਬਾਬਾ ਸਾਹਿਬ ਦਾ ਕਾਰਵਾਂ ਸੀਗਾ ਉਹ ਹੌਲੀ ਹੌਲੀ ਅੱਗੇ ਵਧਣ ਲੱਗਾ। ਸੋ ਇਸ ਤਰ੍ਹਾਂ ਬਾਬਾ ਸਾਹਿਬ ਦੇ ਕੰਟੈਕਟ ਵਿੱਚ ਅਸੀਂ ਆਏ, ਔਰ ਇਸ ਤਰ੍ਹਾਂ ਬਾਬਾ ਸਾਹਿਬ ਪ੍ਰਤੀ ਮਨ ਵਿੱਚ ਸ਼ਰਧਾ ਜਾਗੀ। ਹਾਂਜੀ TL ਚਾਹਲ ਜੀ, ਮੈਂ ਇਹ ਪੁੱਛਣਾ ਚਾਹੁੰਦਾ, ਜਿੱਦਾਂ ਕਿ ਤੁਸੀਂ ਜਿਹੜੇ ਸਾਹਿਤ ਦੇ ਉੱਪਰ ਤੁਸੀਂ ਬਹੁਤ ਸਾਰਾ ਕੰਮ ਕਰ ਰਹੇ ਹੋ ਕਾਫੀ ਲੰਬੇ ਸਮੇਂ ਤੋਂ, ਜਿੱਦਾਂ ਤੁਸੀਂ ਕਿ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ, ਤੇ ਤੁਸੀਂ ਇਸ ਚੀਜ਼ ਤੋਂ ਪ੍ਰਭਾਵਿਤ ਕਿਸ ਤੋਂ ਹੋਏ ਸੀ ਸਭ ਤੋਂ ਪਹਿਲਾਂ? ਇਸ ਚੀਜ਼ ਦੇ ਵਿੱਚ ਜੋ ਸ਼ੁਰੂਆਤ ਕੀਤੀ ਜੋ ਲਿਖਣ ਦੇ ਕਰਤੇ ਅਨੁਵਾਦ ਕਰਨ ਦੀ ਜ਼ਿਆਦਾ ਜੋ ਮੈਂ ਕੰਮ ਸ਼ੁਰੂ ਕੀਤਾ, ਇਹ ਤਾਂ ਬਹੁਤ ਬਾਅਦ ਵਿੱਚ ਕੀਤਾ। ਪਹਿਲਾਂ ਇੰਗਲੈਂਡ ਦੇ ਵਿੱਚ ਕੁਝ ਸਾਥੀਆਂ ਨੇ ਮਿਲ ਕੇ 1969 ਦੇ ਵਿੱਚ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟੇਨ ਦੀ ਸਥਾਪਨਾ ਕੀਤੀ ਜੀ। ਔਰ ਇਸ ਦੀ ਸਥਾਪਨਾ ਪਿੱਛੇ ਕਾਰਨ ਇਹ ਸੀ ਕਿ ਅਛੂਤਾਂ ਉੱਤੇ ਹੋ ਰਹੇ ਭਾਰਤ ਵਿੱਚ ਅਤਿਆਚਾਰ, ਜਾਂ ਭਾਰਤ ਵਿੱਚ ਅਛੂਤ ਜਾਤੀਆਂ 'ਤੇ ਹੋ ਰਹੇ ਅਤਿਆਚਾਰ ਜਦੋਂ ਹੋਏ, ਉਸ ਨੇ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਔਰ ਸਾਨੂੰ ਕੁਝ ਕਰਨ ਲਈ ਉਕਸਾਇਆ। ਤੇ ਇਸ ਤਰ੍ਹਾਂ ਮੈਂ 1969 ਤੋਂ ਹੀ ਬਾਬਾ ਸਾਹਿਬ ਦੀ ਮੂਵਮੈਂਟ ਸਰਗਰਮ ਹਾਂ। ਜਿੱਦਾਂ ਕਿ ਤੁਸੀਂ ਦੱਸਿਆ ਕਿ ਤੁਸੀਂ ਡਾਕਟਰ BR ਅੰਬੇਡਕਰ ਮੈਮੋਰੀਅਲ ਜਿਹੜੀ ਆ ਸੰਸਥਾ UK ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ, ਇਹਦੇ ਵਿੱਚ ਤੁਸੀਂ ਫਾਊਂਡਰ ਮੈਂਬਰ ਵੀ ਰਹੇ ਹੋ, ਇਹਦੇ ਵਿੱਚ ਵੀ ਕੰਮ ਕਰ ਰਹੇ ਹੋ। ਤੇ
ਮੈਨੂੰ ਤੁਸੀਂ ਇਹ ਦੱਸੋ ਵੀ ਤੁਸੀਂ ਇਹਦੇ ਵਿੱਚ ਤੁਹਾਡਾ ਤੁਸੀਂ ਕਿਹੜੀ ਭੂਮਿਕਾ ਨਿਭਾਈ, ਇਹਦੇ ਵਿੱਚ ਤੁਹਾਡਾ ਕੀ ਰੋਲ ਸੀਗਾ ਉਹਦੇ ਫਾਊਂਡਰ ਮੈਂਬਰ ਜੋ ਤੁਸੀਂ ਜਦੋਂ ਕਮੇਟੀ ਬਣੀ ਯੂਕੇ ਦੇ ਵਿੱਚ? ਫਾਊਂਡਰ ਕਮੇਟੀ ਜੋ ਹੈ 19 ਜੁਲਾਈ 1969 ਨੂੰ ਸਥਾਪਿਤ ਕੀਤੀ ਗਈ ਔਰ ਇਸ ਵਿੱਚ ਅਸੀਂ 9 ਜਵਾਨ ਸ਼ੁਰੂ ਵਿੱਚ ਸੀ ਔਰ ਇਸ ਦਾ ਮੂਲ ਮਕਸਦ ਕਮੇਟੀ ਬਣਾਉਣ ਦਾ ਮੂਲ ਮਕਸਦ ਸੀ ਕਿ ਜੋ ਅਤਿਆਚਾਰ ਭਾਰਤ ਵਿੱਚ ਹੋ ਰਹੇ ਹਨ ਅਛੂਤ ਜਾਤੀਆਂ ਦੇ, ਉਹਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ, ਵਿਦੇਸ਼ਾਂ ਵਿੱਚ ਵੀ ਜਾਗਰੂਕ ਕਰਨ ਵਾਸਤੇ ਕੰਮ ਆਰੰਭਿਆ ਜਾਵੇ ਔਰ ਬਾਬਾ ਸਾਹਿਬ ਦਾ ਜੋ ਸਾਹਿਤ ਹੈ ਉਸ ਨੂੰ ਜਿੱਥੋਂ ਤੱਕ ਹੋ ਸਕੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਲੋਕ ਖੁਦ ਪੜ੍ਹ ਕੇ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਤੋਂ ਜਾਣੂ ਹੋ ਸਕਣ। ਜੀ ਹਾਂ ਜੀ, ਆ ਤੁਸੀਂ ਧੰਮ ਟਰਸਟ ਯੂਕੇ ਤੇ ਵਿਸ਼ਵ ਬੌਧ ਸੰਘ ਪੰਜਾਬ ਦੇ ਵੀ ਤੁਸੀਂ ਅੱਜ ਜਿਹੜੇ ਸਦੱਸਿਆ ਹੋ ਉਹਦੇ 'ਚ ਵੀ ਕੰਮ ਕਰ ਰਹੇ ਹੋ ਕਾਫੀ ਟਾਈਮ ਤੋਂ, ਤੇ ਮੈਨੂੰ ਇਹਦੇ ਬਾਰੇ ਦੱਸੋ ਕਿ ਇਹਦੇ ਬਾਰੇ ਤੁਹਾਡੇ ਬਾਰੇ ਕੀ ਵਿਚਾਰ ਹੈ, ਜਿਹੜਾ ਤੁਸੀਂ ਲਿਖ ਵੀ ਰਹੇ ਆ ਇੱਕ ਪਾਸੇ ਸਮਾਜ ਵਿੱਚ ਥੋੜਾ ਕੰਮ ਵੀ ਕਰ ਰਹੇ ਆ ਧੰਮ ਦੇ ਮਾਧਿਅਮ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਲਹਿਰ ਤੇ, ਸੋ ਵਿਸ਼ਵ ਬੌਧ ਸੰਘ ਧੰਮ ਟਰਸਟ ਯੂਕੇ, ਥੋੜਾ ਇਹਦੇ ਬਾਰੇ ਵੀ ਦੱਸੋ। ਧੰਮ ਟਰਸਟ ਤਾਂ 1998 ਵਿੱਚ ਸਥਾਪਿਤ ਕੀਤਾ ਗਿਆ ਸੀ, ਪਰ ਇਸ ਤੋਂ ਪਹਿਲਾਂ ਲੰਬੇ ਸਮੇਂ ਤੱਕ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਵਿੱਚ ਮੈਂ ਫੋਰਫਰੰਟ ਦਾ ਰੋਲ ਅਦਾ ਕੀਤਾ ਬਹੁਤ ਸਾਰੇ ਸਾਲ, ਮੁੱਖ ਤੌਰ ਤੇ ਸੈਕਟਰੀ, ਅਸਿਸਟੈਂਟ ਸੈਕਟਰੀ ਔਰ ਪ੍ਰਧਾਨ ਦੇ ਅਹੁਦਿਆਂ ਤੇ। ਔਰ ਮੁੱਖ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈ ਕਿ ਪਹਿਲਾ ਮਕਸਦ ਅਸਲ ਵਿੱਚ ਸਾਹਿਤ ਦੁਆਰਾ ਲੋਕਾਂ ਨੂੰ ਬਾਬਾ ਸਾਹਿਬ ਜੀ ਸੰਘਰਸ਼ ਬਾਰੇ ਜਾਣੂ ਕਰਾਉਣਾ ਸੀ ਔਰ ਦੂਜਾ ਸੀਗਾ ਕਿ ਪੱਛਮੀ ਦੇਸ਼ਾਂ ਨੂੰ ਵੀ ਬਾਬਾ ਸਾਹਿਬ ਦੇ ਸੰਘਰਸ਼ ਬਾਰੇ ਜਾਗਰੂਕ ਕੀਤਾ ਜਾ ਸਕੇ, ਉਹਨਾਂ ਤੱਕ ਵੀ ਪਹੁੰਚਾਇਆ ਜਾ ਸਕੇ ਔਰ ਬਾਬਾ ਸਾਹਿਬ ਨੂੰ ਵਿਦੇਸ਼ਾਂ ਵਿੱਚ ਉਜਾਗਰ ਕੀਤਾ ਜਾ ਸਕੇ। ਸੋ ਤੁਸੀਂ ਕਿਹਾ ਜੀ ਹਾਂ, ਤੁਸੀਂ ਕਿਹਾ ਕਿ ਪੱਛਮੀ ਦੇਸ਼ਾਂ ਵਿੱਚ ਵੀ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਜ਼ਿੰਦਗੀ ਲੋਕਾਂ ਨੂੰ ਉਹਨਾਂ ਬਾਰੇ ਵੀ ਪਤਾ ਲੱਗ ਸਕੇ, ਜਾਗਰੂਕ ਕੀਤਾ ਜਾਵੇ, ਜਿੱਦਾਂ ਕਿ ਜੋ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਜਿਹੜੀ ਸੀ ਗ੍ਰੇਟ ਬ੍ਰਿਟੇਨ ਵੁਲਵਰਹੈਂਪਟਨ, ਤੇ ਉਹਦੇ ਵਿੱਚ ਸਭ ਤੋਂ ਵਿਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਭਾਰਤ ਤੋਂ ਬਾਹਰ ਸਭ ਤੋਂ ਪਹਿਲਾਂ ਜਿਹੜੀ ਮੂਰਤੀ ਦੀ ਸਥਾਪਨਾ ਉੱਥੇ ਹੋਈ ਸੀ ਯੂਕੇ ਦੇ ਵਿੱਚ, ਉਹਦੇ ਭਾਰਤ ਤੋਂ ਬਾਹਰ। ਤੇ ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਇਹ ਲੋਕ ਆ ਵੈਸਟਰਨ ਲੋਕ ਆ ਇਹਨਾਂ ਨੂੰ ਵੀ ਥੋੜਾ ਬਾਬਾ ਸਾਹਿਬ ਅੰਬੇਡਕਰ ਬਾਰੇ ਪਤਾ ਲੱਗੇ, ਇਹਦੇ ਬਾਰੇ ਵੀ ਥੋੜਾ ਦੱਸੋ। ਬਾਬਾ ਸਾਹਿਬ ਦੀ ਜੋ ਮੂਰਤੀ ਅਸੀਂ ਇੰਗਲੈਂਡ ਵਿੱਚ ਵੁਲਵਰਹੈਂਪਟਨ ਵਿਖੇ ਲਾਈ ਸੀ, ਉਹ 1981 ਵਿੱਚ ਲਾਈ ਸੀ, ਮਗਰ ਇਸ ਤੋਂ ਪਹਿਲਾਂ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਨੇ ਉਹਨਾਂ ਯੂਨੀਵਰਸਿਟੀਆਂ ਵਿੱਚ, ਉਹਨਾਂ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਜਿੱਥੇ ਜਿੱਥੇ ਬਾਬਾ ਸਾਹਿਬ ਪੜ੍ਹੇ ਸਨ, ਉਹਨਾਂ ਵਿੱਚ ਨੰਬਰਵਾਰ ਬਾਬਾ ਸਾਹਿਬ ਜੀ ਦੇ ਵੱਡੇ ਵੱਡੇ ਪੋਰਟਰੇਟ ਲਗਵਾਏ, ਜਿਵੇਂ ਕਿ 1973 ਦੇ ਵਿੱਚ ਲੰਡਨ ਸਕੂਲ ਆਫ ਇਕਨੋਮਿਕ ਐਂਡ ਪੋਲੀਟੀਕਲ ਸਾਇੰਸ ਯੂਨੀਵਰਸਿਟੀ ਵਿੱਚ ਬਾਬਾ ਸਾਹਿਬ ਦਾ ਪੋਰਟਰੇਟ ਲਗਾਇਆ ਗਿਆ। 1974 ਵਿੱਚ ਗ੍ਰੇਜ਼ ਇਨ ਲਾਰਜ ਯੂਨੀਵਰਸਿਟੀ ਵਿੱਚ ਬਾਬਾ ਸਾਹਿਬ ਜੀ ਦਾ ਪੋਰਟਰੇਟ ਲਗਵਾਇਆ ਗਿਆ ਕਮੇਟੀ ਦੁਆਰਾ, ਔਰ ਫਿਰ 1975 ਵਿੱਚ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਵਿਖੇ ਵੀ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੁਆਰਾ ਬਾਬਾ ਸਾਹਿਬ ਜੀ ਦਾ ਪੋਰਟਰੇਟ ਲਗਵਾਇਆ ਗਿਆ। ਔਰ ਪੋਰਟਰੇਟ ਲਗਵਾਉਣ ਤੋਂ ਬਾਅਦ ਜਾਂ ਪਹਿਲਾਂ ਹੀ ਸਾਨੂੰ ਬਾਬਾ ਸਾਹਿਬ ਜੀ ਦੀ ਧਾਰਮਿਕ ਮੂਵਮੈਂਟ ਬਾਰੇ ਵੀ ਜਾਣਕਾਰੀ ਹੋ ਚੁੱਕੀ ਸੀ ਔਰ ਅਸੀਂ ਉਸ 'ਤੇ ਵੀ ਅਮਲ ਕੀਤਾ। ਜੀ ਹਾਂ, ਮੈਂ ਪੁੱਛਣਾ ਚਾਹੁੰਦਾ ਕਿ ਜਿੱਦਾਂ ਕਿ ਦੇਖੋ ਸਾਥੀਓ, ਇੱਕ ਪਾਸੇ ਭਾਰਤ ਵਿੱਚ ਜੋ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੋ ਬਾਬਾ ਸਾਹਿਬ ਦੀਆਂ ਜੋ ਮੂਰਤੀਆਂ ਉਹਦੇ ਨਾਲ ਇੰਨੀ ਤੋੜਫੋੜ ਕੀਤੀ ਜਾ ਰਹੀ ਆ, ਤੇ ਦੂਸਰੇ ਪਾਸੇ ਦੇਖੋ ਵਿਸ਼ਵ ਦੇ ਵਿੱਚ ਪੂਰੇ ਪਾਸੇ ਅਮਰੀਕਾ, ਆਸਟ੍ਰੇਲੀਆ, ਇੰਗਲੈਂਡ, ਲੰਡਨ ਸਾਰੇ ਪਾਸੇ ਜੋ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੋ ਸਟੈਚੂਸ ਲੱਗ ਰਹੇ ਆ, ਸੋ ਇਹ ਸਟੈਚੂ ਸਭ ਤੋਂ ਪਹਿਲਾਂ ਵੁਲਵਰਹੈਂਪਟਨ ਵਿੱਚ ਲੱਗਾ ਹੋਇਆ ਸੀਗਾ, ਜੋ ਕਿ ਡਾਕਟਰ ਅੰਬੇਡਕਰ
ਜਿਹੜੀ ਗ੍ਰੇਟ ਬ੍ਰਿਟੇਨ ਮੈਮੋਰੀਅਲ ਕਮੇਟੀ ਆ ਉਹਨਾਂ ਦੁਆਰਾ ਸਥਾਪਿਤ ਕੀਤਾ ਹੋਇਆ ਸੀ। ਤੇ ਉਸ ਤੋਂ ਬਾਅਦ ਇਹ ਲਹਿਰ ਦੇਖੋ ਕਿੱਥੇ ਤੋਂ ਕਿੱਥੇ ਤੱਕ ਗਈ। ਸੋ ਇਹ ਕਮੇਟੀ ਦੀ ਜਿਹੜੀ ਆ ਇਸ ਫੀਲਡ ਵਿੱਚ ਜਿਹੜੀ ਬਹੁਤ ਸਾਰੀ ਮਿਹਨਤ ਆ, ਬਹੁਤ ਸਾਰੇ ਤੁਹਾਡੇ ਸਾਥੀਆਂ ਦੀ ਜਿਹੜੀ ਸਾਰਿਆਂ ਦੀ ਬਹੁਤ ਮਿਹਨਤ ਆ, ਜਿਹਦੀ ਬਦੌਲਤ ਬਾਬਾ ਸਾਹਿਬ ਜਿਹੜੇ ਆ ਅੱਜ ਦੁਨੀਆ ਦੀ ਹਰ ਯੂਨੀਵਰਸਿਟੀ ਵਿੱਚ ਜਾ ਕੇ ਸਥਾਪਿਤ ਹੋਏ ਆ। ਸੋ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਵਿੱਚ ਜਿਹੜੀ ਧੰਮ ਦੀ ਲਹਿਰ ਆ, ਜੋ ਵਿਸ਼ਵ ਬੌਧ ਸੰਘ ਪੰਜਾਬ ਜੋ ਆ, ਤੁਸੀਂ ਇਹਦੇ ਵਿੱਚ ਵੀ ਕੰਮ ਕਰ ਰਹੇ ਹੋ। ਸੋ ਇਹਦੇ ਵਿੱਚ ਕਿਹੜੇ ਕਦਮ ਚੁੱਕੇ ਜਾਂ ਇਹਦੇ ਬਾਰੇ ਕੀ ਵਿਚਾਰ ਆਇਆ ਤੁਹਾਨੂੰ ਵੀ ਇਹ ਜਿਹੜੀ ਕਿ ਪੰਜਾਬ ਵਿੱਚ ਵੀ ਜਿਹੜੀ ਆ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਆ ਜੋ ਤੇਜ਼ ਕੀਤਾ ਜਾਵੇ? ਇਹਦੇ ਬਾਰੇ ਵੀ ਦੱਸੋ, ਪੰਜਾਬ ਵਿੱਚ ਕਿਹੜੇ ਕਦਮ ਚੁੱਕੇ ਜਾਂ ਇਹਦੇ ਬਾਰੇ। ਇਹਦੇ ਪਿੱਛੇ ਕਈ ਕਾਰਨ ਸਨ। ਪੰਜਾਬ ਵਿੱਚ ਬੁੱਧ ਧਰਮ ਲਹਿਰ ਸ਼ੁਰੂ ਕਰਨ ਤੋਂ ਪਹਿਲਾਂ ਇੰਗਲੈਂਡ ਵਿੱਚ ਵੀ ਬੁੱਧ ਧਰਮ ਦੀ ਲਹਿਰ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਨੇ ਸ਼ੁਰੂ ਕੀਤੀ। ਜਿਵੇਂ ਕਿ 1971 ਦੇ ਵਿੱਚ ਕਮੇਟੀ ਦੇ ਕਾਫੀ ਮੈਂਬਰਾਂ ਨੇ ਪਰਿਵਾਰਾਂ ਸਮੇਤ 1971 ਵਿੱਚ ਹੀ ਬੁੱਧ ਧਰਮ ਗ੍ਰਹਿਣ ਕਰ ਲਿਆ ਸੀ। ਔਰ ਇਸ ਤੋਂ ਬਾਅਦ ਪੱਛਮ ਵਿੱਚ ਦੂਜੇ ਮੁਲਕਾਂ ਵਿੱਚ ਵੀ ਜਿੱਥੇ ਭਾਰਤ ਵਾਸੀ ਰਹਿੰਦੇ ਸੀ ਉਹਨਾਂ ਨੂੰ ਵੀ ਅਪਰੋਚ ਕੀਤਾ ਗਿਆ। ਔਰ ਇੰਗਲੈਂਡ ਦੇ ਵਿੱਚ ਮੈਂ ਦੇਖਿਆ ਕਿ ਇਹ ਲਹਿਰ ਪੰਜਾਬੀਆਂ ਵਿੱਚ ਜਿੱਥੋਂ ਤੱਕ ਫੈਲ ਸਕਦੀ ਸੀ ਉਹ ਫੈਲ ਚੁੱਕੀ, ਤੇ ਇਹ ਮਤਲਬ ਇਸ ਦਾ ਹੋਰ ਵਿਕਾਸ ਨਹੀਂ ਹੋ ਰਿਹਾ ਸੀ। ਤੋ ਮੈਂ ਮਤਲਬ ਕਰੁਣਾ ਟਰਸਟ ਜੋ ਅੰਗਰੇਜ਼ਾਂ ਦੀ ਸੰਸਥਾ ਉਸ ਦੇ ਨਾਲ ਸੰਬੰਧ ਰੱਖਦਾ ਸੀ, ਤੇ ਉਸ ਸੰਬੰਧ ਕਰਕੇ ਮੈਂ ਮਹਾਰਾਸ਼ਟਰ ਵਿੱਚ, ਕਰਨਾਟਕਾ 'ਚ ਔਰ ਦੂਸਰੇ ਪ੍ਰਾਂਤਾਂ ਵਿੱਚ ਕਾਫੀ ਘੁੰਮਿਆ ਉਹਨਾਂ ਦਾ ਕੰਮ ਦੇਖਣ ਵਾਸਤੇ, ਤੇ ਮੈਂ ਬਹੁਤ ਪ੍ਰਭਾਵਿਤ ਹੋਇਆ। ਤੇ ਮੇਰੇ ਮਨ ਵਿੱਚ ਆਇਆ ਕਿ ਹੁਣ ਜੋ ਸਮਾਂ ਹੈ ਉਹ ਇੱਥੇ ਇੰਗਲੈਂਡ ਦੇ ਵਿੱਚ ਕਾਰਗਰ ਸਿੱਧ ਨਹੀਂ ਹੋ ਰਿਹਾ। ਜਿੱਥੇ ਬਾਬਾ ਸਾਹਿਬ ਦੇ ਮਿਸ਼ਨ ਦੀ ਜ਼ਿਆਦਾ ਲੋੜ ਹੈ, ਸਮਾਜਿਕ ਪਰਿਵਰਤਨ ਦੀ ਜ਼ਿਆਦਾ ਲੋੜ ਹੈ, ਉਹ ਭਾਰਤ ਹੈ। ਤਾਂ ਕਿਉਂ ਨਾ ਆਪਣਾ ਸਮਾਂ ਔਰ ਮਿਹਨਤ ਤਨ ਇਸ ਕੰਮ ਵਿੱਚ, ਭਾਰਤ ਵਿੱਚ, ਪੰਜਾਬ ਵਿੱਚ ਇਸ ਕੰਮ ਲਈ ਲਾਇਆ ਜਾਵੇ। ਤੇ ਇਹ ਸੋਚ ਕੇ ਮੈਂ ਮਤਲਬ ਪਹਿਲਾਂ ਧੰਮ ਟਰਸਟ ਸਥਾਪਿਤ ਕੀਤਾ ਇੰਗਲੈਂਡ ਵਿੱਚ, ਔਰ ਫਿਰ 1996-97 ਵਿੱਚ ਸਾਹਿਤ ਪ੍ਰਕਾਸ਼ਨ ਦਾ ਕੰਮ ਕੀਤਾ। ਕਿਉਂਕਿ ਪੰਜਾਬ ਦੇ ਵਿੱਚ ਬੁੱਧ ਧਰਮ ਦਾ ਸਾਹਿਤ ਜਿਹੜਾ ਉਹ ਬਹੁਤ ਘੱਟ ਮਿਲਦਾ ਸੀ, ਕੋਈ ਤਕਰੀਬਨ ਹੈ ਹੀ ਨਹੀਂ ਸੀ। ਤੇ ਮੈਨੂੰ ਲੱਗਾ ਕਿ ਅਗਰ ਇਹ ਕੰਮ ਸ਼ੁਰੂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਾਹਿਤ ਪ੍ਰਕਾਸ਼ਿਤ ਹੋਣਾ ਚਾਹੀਦਾ ਹੈ। ਤੇ ਇਸ ਲਈ ਮੈਂ ਸਭ ਤੋਂ ਪਹਿਲਾਂ 1997 ਵਿੱਚ ਸਾਹਿਤ ਪ੍ਰਕਾਸ਼ਨ ਦਾ ਕੰਮ ਸ਼ੁਰੂ ਕੀਤਾ, ਔਰ 1997 ਵਿੱਚ ਹੀ ਪੰਜਾਬ ਦੇ ਵਿੱਚ ਡਾਕਟਰ ਅੰਬੇਡਕਰ ਬੁੱਧਿਸਟ ਸਾਹਿਤ ਕੇਂਦਰ ਵੀ ਖੋਲ੍ਹਿਆ, ਜਿਸ ਵਿੱਚ ਭਾਰਤ ਦੇ ਦੂਜੇ ਪ੍ਰਾਂਤਾਂ ਵਿੱਚ ਜਿਵੇਂ ਕਿ ਬੰਬੇ, ਦਿੱਲੀ, ਲਖਨਊ, ਬਹੁਤ ਸਾਰੇ ਸ਼ਹਿਰਾਂ, ਦਿੱਲੀ, ਬਹੁਤ ਸਾਰੇ ਸ਼ਹਿਰਾਂ ਵਿੱਚ 2-3 ਹਫ਼ਤੇ ਘੁੰਮ ਕੇ ਬਹੁਤ ਸਾਰਾ ਸਾਹਿਤ ਖਰੀਦ ਕੇ ਲਿਆ ਜੀ, ਔਰ ਉੱਥੇ ਸਾਹਿਤ ਕੇਂਦਰ ਖੋਲ੍ਹਿਆ। ਆਪਣੇ ਪੰਜਾਬ ਵਿੱਚ ਲਾਂਬੜਾ ਇੱਕ ਕਸਬਾ, ਉਹਦੇ ਲਾਗੇ ਭਗਵਾਨਪੁਰ ਪਿੰਡ ਹੈ, ਤੇ ਉਹ ਜਿਸ ਨੂੰ ਮੈਂ ਜ਼ਰੂਰੀ ਸਮਝਦਾ, ਸਾਹਿਤ ਨੂੰ ਮੈਂ ਬਹੁਤ ਪਹਿਲ ਦਿੰਦਾ ਜੀ, ਬਿਲਕੁਲ। ਕਿਉਂਕਿ ਜਿਹੜਾ ਆਦਮੀ ਕਿਤਾਬ ਪੜ੍ਹ ਕੇ ਬਾਬਾ ਸਾਹਿਬ ਦੀ ਸਾਹਿਤ ਵਿਚਾਰ ਪੜ੍ਹ ਕੇ ਬਦਲਦਾ ਹੈ, ਮੈਂ ਮੰਨਦਾ ਹਾਂ ਕਿ ਉਹ ਪੱਕਾ ਬਦਲਦਾ ਹੈ। ਤੇ ਇਸ ਲਈ ਮੈਂ ਸਾਹਿਤ ਨੂੰ ਬਹੁਤ ਪਹਿਲ ਦਿੰਦਾ ਹਾਂ, ਉਹ ਬਹੁਤ ਜ਼ਰੂਰੀ ਹੈ। ਤਾਂ ਇਸ ਕਰਕੇ ਮੈਂ ਪਹਿਲਾ ਕੰਮ ਇਹ ਸ਼ੁਰੂ ਕੀਤਾ। ਔਰ 1999 ਦੇ ਵਿੱਚ, 98 ਦੇ ਵਿੱਚ ਧੰਮ ਟਰਸਟ ਵੱਲੋਂ ਪੰਜਾਬ ਵਿੱਚ ਵੀ ਇੱਕ ਸੰਸਥਾ ਕਾਇਮ ਕੀਤੀ, ਜਿਸ 'ਤੇ ਬਹੁਤ ਮਿਹਨਤ ਕਰਨੀ ਪਈ, ਤੇ ਉਸ ਦਾ ਨਾਮ ਵਿਸ਼ਵ ਬੌਧ ਸੰਘ ਪੰਜਾਬ ਰੱਖਿਆ ਗਿਆ, ਜੋ ਅੱਜ
ਬਹੁਤ ਸਰਗਰਮੀ ਨਾਲ ਆਪਣਾ ਬੁੱਧ ਧਰਮ ਦਾ ਪ੍ਰਚਾਰ ਕਰ ਰਹੀ ਹੈ। ਜੀ ਮੈਂ ਤੁਹਾਡੀ ਜਿੱਦਾਂ ਤੁਸੀਂ ਦੱਸਿਆ ਕਿ 97 ਤੋਂ ਤੁਸੀਂ ਜਿਹੜਾ ਇਹ ਕੰਮ ਨੂੰ ਰੰਭਿਆ, ਜੋ ਸਾਹਿਤ ਨੂੰ ਪਬਲਿਸ਼ ਕੀਤਾ। ਬਹੁਤ ਵਧੀਆ ਗੱਲ ਹੈ ਕਿ ਸਾਹਿਤ ਨੂੰ ਪਬਲਿਸ਼ ਕੀਤਾ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਹਲੇ ਕਾਫੀ ਸਾਰੀਆਂ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਬੁੱਕਸ ਨੇ ਜਿਹੜਾ ਕਿ ਪੰਜਾਬੀ ਵਿੱਚ ਅਨੁਵਾਦ ਨਹੀਂ ਹੋ ਪਾਇਆ ਹਲੇ ਤੱਕ ਵੀ। ਸੋ ਇਹਦੇ ਵਿੱਚ ਤੁਸੀਂ ਬਹੁਤ ਯੋਗਦਾਨ ਦਿੱਤਾ। ਮੈਂ ਇਹ ਦੱਸੋ ਕਿ ਤੁਸੀਂ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ? ਮੈਂ ਮਤਲਬ ਕਿਤਾਬਾਂ ਬਹੁਤ ਲਿਖੀਆਂ ਨਹੀਂ ਹਨ। ਮੈਂ ਇਹ ਵੀ ਪਹਿਲਾਂ ਦੱਸਣਾ ਚਾਹੁੰਦਾ ਹਾਂ ਕਿ ਵਿਸ਼ਵ ਸੰਘ ਜੋ ਸਥਾਪਿਤ ਪੰਜਾਬ ਵਿੱਚ ਕੀਤਾ ਗਿਆ, ਉਹ ਬੜੇ ਵੱਡੇ ਸੰਘਰਸ਼ ਤੋਂ ਬਾਅਦ ਸਥਾਪਿਤ ਕੀਤਾ ਗਿਆ। ਕਿਉਂਕਿ ਮੈਂ 1996 ਤੋਂ ਹੀ ਪੰਜਾਬ ਦੇ ਲੋਕਾਂ ਨੂੰ ਬੁੱਧ ਧਰਮ ਦੇ ਨਾਲ ਬੁੱਧ ਧਰਮ ਦੀ ਲਹਿਰ ਤੋਂ ਵਾਕਫ ਕਰਨ ਵਾਸਤੇ ਪਿੰਡ ਮੀਟਿੰਗਾਂ ਕਰਿਆ ਕਰਦਾ ਸੀ। ਔਰ ਮੀਟਿੰਗਾਂ ਰਾਹੀਂ ਜੋ ਸਾਥੀ ਨਾਲ ਜੁੜੇ, ਉਹਨਾਂ ਨੂੰ ਇਸ ਸੰਘ ਦੇ ਵਿੱਚ ਸ਼ਾਮਲ ਕੀਤਾ ਗਿਆ ਔਰ ਅੱਗੇ ਵਧਾਉਣ ਵਾਸਤੇ ਇਸ ਮੂਵਮੈਂਟ ਨੂੰ ਉਹਨਾਂ ਦਾ ਡਿਊਟੀ ਲਾਈ ਗਈ। ਜੋ ਕਿਤਾਬਾਂ ਹਨ, ਜ਼ਿਆਦਾਤਰ ਮੈਂ ਟਰਾਂਸਲੇਸ਼ਨ ਕੀਤੀ ਹੈ ਜੀ, ਧੰਨਵਾਦ। ਖਾਸ ਕਰਕੇ ਪਹਿਲ ਮੈਂ ਮਹਾਸਤਵਰ ਸੰਗਰਕਸ਼ਤਾ ਜੀ, ਜੋ ਇੱਕ ਅੰਗਰੇਜ਼ ਭਿਕਸ਼ੂ ਹਨ ਜੀ ਯੂਕੇ ਵਿੱਚ ਰਹਿੰਦੇ ਹਨ, ਤੇ ਉਹ ਅੱਜ ਕੱਲ੍ਹ ਸਾਡੇ ਨਾਲ ਨਹੀਂ ਹਨ। 25 ਸਾਲ ਭਾਰਤ ਵਿੱਚ ਰਹਿ ਕੇ ਬਾਬਾ ਸਾਹਿਬ ਦੇ ਨਾਲ ਉਹਨਾਂ ਨੇ ਵੀ ਕੰਮ ਕੀਤਾ। ਉਹਨਾਂ ਦੇ ਭਾਸ਼ਣਾਂ ਦਾ ਅਨੁਵਾਦ ਕੀਤਾ। ਔਰ ਜੋ ਬਾਬਾ ਸਾਹਿਬ ਦੀ ਦੂਸਰੀਆਂ ਕਿਤਾਬਾਂ, ਜਿਵੇਂ ਛੂਤ ਕੌਨਰ ਕੀਮੇ, ਜਾਤ ਪਾਤ ਦਾ ਬੀਜ ਨਾਸ਼ ਆਦਿ, ਇਹ ਪਹਿਲਾਂ ਹੀ ਛਪਦੀਆਂ ਸਨ, ਪਰ ਇਹ ਛਪਣੀਆਂ ਬੰਦ ਹੋ ਚੁੱਕੀਆਂ ਸਨ ਉਦੋਂ ਤੱਕ। ਤੇ ਮੈਨੂੰ ਲੱਗਾ ਕਿ ਇਹ ਪੁਸਤਕਾਂ ਜੋ ਹਨ ਇਹ ਛਪਣੀਆਂ ਬਹੁਤ ਹੀ ਜ਼ਰੂਰੀ ਹਨ। ਇਸ ਕਰਕੇ ਮੈਂ ਸ੍ਰੀ ਲਾਹੌਰੀ ਰਾਮ ਜੀ ਵਾਲੀ ਕੋਲੋਂ ਇਜਾਜ਼ਤ ਲੈ ਕੇ ਇਹ ਕਿਤਾਬਾਂ ਵੀ ਛਪਾਈਆਂ। ਔਰ ਸੰਗਰਕਸ਼ਤਾ ਦੁਆਰਾ ਲਿਖੀ ਗਈ ਡਾਕਟਰ ਅੰਬੇਡਕਰ ਅਤੇ ਬੁੱਧਿਜ਼ਮ, ਬੁੱਧ ਧਰਮ, ਇਸ ਦਾ ਵੀ ਅਨੁਵਾਦ ਕਰਕੇ ਇਹ ਵੀ ਛਾਪੀ। ਤੇ ਇਸ ਤੋਂ ਬਾਅਦ ਔਰ ਵੀ ਅਨੇਕ ਕਿਤਾਬਾਂ ਦਾ ਅਨੁਵਾਦ ਕੀਤਾ, ਜਿਵੇਂ ਕਿ ਐਸੈਂਸ ਆਫ ਬੁੱਧਿਜ਼ਮ ਅਰਥਾਤ ਬੁੱਧ ਧਰਮ ਦਾ ਸਾਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਵਿੱਚ ਬੁੱਧ ਧਰਮ, ਅਤੇ ਕਈ ਹੋਰ ਵੀ ਜਿਹੜੇ ਮੈਂ ਮਤਲਬ ਇਸ ਵੇਲੇ ਮਾਰਚ ਨਹੀਂ ਆ ਗਏ, ਉਹਨਾਂ ਦਾ ਅਨੁਵਾਦ ਕਰਕੇ ਪ੍ਰਕਾਸ਼ਿਤ ਕੀਤਾ। ਤੇ ਆਪਣੇ ਵੱਲੋਂ ਮੈਂ ਇੱਕ ਕਿਤਾਬ ਦਾ ਸੰਗ੍ਰਹਿ ਵੀ ਕੀਤਾ, ਜਿਸ ਦਾ ਟਾਈਟਲ ਹੈ ਕੀ ਤੁਸੀਂ ਜਾਣਦੇ ਹੋ ਕਿ ਡਾਕਟਰ ਅੰਬੇਡਕਰ ਨੇ ਕਦੋਂ, ਕਿੱਥੇ, ਕੀ ਕਿਹਾ ਤੇ ਕੀ ਕੀਤਾ। ਜੀ ਇਹ ਕਿਤਾਬ ਜੋ ਹੈ, ਇਹ ਸੰਗ੍ਰਹਿ ਕੀਤਾ। ਔਰ ਇਹ ਕਿਤਾਬ ਬਹੁਤ ਮਤਲਬ ਜ਼ਿਆਦਾ ਮਾਤਰਾ ਵਿੱਚ ਜੀ ਛਪੀ ਹੈ ਔਰ ਲੋਕਾਂ ਨੂੰ ਬਹੁਤ ਪਸੰਦ ਆਈ ਹੈ। ਕਿਉਂਕਿ ਇਹਦੇ ਵਿੱਚ ਰੈਫਰੈਂਸ ਸਭ ਚੀਜ਼ਾਂ, ਇਹਦੇ ਵਿੱਚ ਬਾਬਾ ਸਾਹਿਬ ਦੇ, ਜਿਵੇਂ ਇਹਦੇ ਪਿੱਛੇ ਵਿਚਾਰੇ ਸੀਗੇ, ਸਾਲ ਦੇ ਵਿੱਚ 365 ਦਿਨ ਹੁੰਦੇ ਆ ਜੀ, ਤੇ ਮੈਂ ਦਿਮਾਗ 'ਚ ਆਈ ਕਿ ਕਿਉਂ ਨਾ 365 ਵਾਕਿਆ ਬਾਬਾ ਸਾਹਿਬ ਦੇ ਜੀਵਨ ਵਿੱਚੋਂ ਲੈ ਕੇ ਉਹ ਇੱਕ ਪੁਸਤਕ ਦਾ ਰੂਪ ਨਾ ਦਿੱਤਾ ਜਾਵੇ। ਜੀ ਛੋਟੀ ਆ, ਜਿਹੜੀ ਪੜ੍ਹਨੀ ਸੌਖੀ ਆਸਾਨ ਹੈ। ਔਰ ਉਸ ਦੇ ਵਿੱਚ ਡੇਟ ਵਾਈਜ਼, ਤਾਰੀਖ ਵਾਈਜ਼ ਬਾਬਾ ਸਾਹਿਬ ਨੇ ਕੀ ਕਿਹਾ, ਕਿਹੜੀ ਤਰੀਕ ਨੂੰ ਕੀ ਕਿਹਾ, ਕਿੱਥੇ ਗਏ, ਹਾਂਜੀ। ਤੇ ਇਹ ਸਾਰਾ ਨੰਬਰ ਪਾ ਕੇ ਦਿੱਤਾ ਗਿਆ ਹੈ। ਔਰ ਉਹ 365 ਵਾਰ ਤੁਸੀਂ ਇੱਕ ਦਿਨ ਚੈੱਕ ਪੜ੍ਹੋ ਤਾਂ ਮਤਲਬ ਇਸ ਦਾ ਵੀ ਲਾਭ ਹੋ ਸਕਦਾ ਤੁਹਾਨੂੰ। ਜੀ ਔਰ ਜੀ ਹੁਣ ਮੈਂ ਸਾਥੀਓ ਤੁਹਾਨੂੰ ਦੱਸਣਾ ਚਾਹੁੰਦਾ ਕਿ ਤਮ ਸੰਗਠਿਤ ਵੀਕਲੀ ਅਖਬਾਰ ਜੋ TL ਚਾਲ ਜੀ ਹੁਣੀ ਹਰ ਮੰਥਲੀ ਜਿਹੜੇ ਉਹ ਕੱਢ ਰਹੇ ਨੇ, ਅਸੀਂ ਇਹਨਾਂ ਤੋਂ ਇਹ ਵੀ ਪੁੱਛਾਂਗੇ ਕਿ ਇਹਦੇ ਬਾਰੇ ਵੀ ਦੱਸੋ। ਜਿਹੜਾ ਹਰ ਵੀਕਲੀ ਤੁਸੀਂ ਇਸ ਤੇ ਕੰਮ ਕਰ ਰਹੇ, ਹਰ ਮੰਥਲੀ ਤੁਸੀਂ ਕੰਮ ਕਰ ਰਹੇ ਹੋ, ਜੋ ਇੱਕ ਨਿਊਜ਼ਪੇਪਰ ਕੱਢ ਰਹੇ ਤਮ ਨੂੰ ਸਮਰਪਿਤ, ਉਹਦੇ ਬਾਰੇ। ਜੀ
ਕਿ ਜੋ ਬਾਬਾ ਸਾਹਿਬ ਦੀ ਲਿਖਤ ਬੁੱਧ ਐਂਡ ਇਜ਼ ਧੰਮਾ ਹੈ, ਉਸ ਕਿਤਾਬ ਨੂੰ ਵੀ ਮੈਂ ਸੋਧ ਕੇ ਐਡਿਟ ਕਰਕੇ ਛਪਾਇਆ। 2 ਵਾਰੀ ਪੰਜਾਬ ਵਿੱਚ ਛਪਾਈ ਹੈ, ਔਰ ਹੁਣ ਪਿੱਛੇ ਜੇ 2016 ਦੇ ਵਿੱਚ ਇੱਕ ਕਿਤਾਬ ਛਾਪਣ ਲਈ ਮੈਂ ਵੀਅਤਨਾਮ ਦੇ ਬੁੱਧਿਸਟ ਐਕਸਪ੍ਰੈਸ ਹੈ, ਉਸ ਅੱਗੇ ਬੇਨਤੀ ਕੀਤੀ ਸੀ ਕਿ ਅਗਰ ਉਹ ਸਾਡੀ ਮਦਦ ਕਰਨ ਜੀ, ਤੇ ਉਹਨਾਂ ਨੇ ਮਤਲਬ ਮੇਰੀ ਗੱਲ ਮੰਨੀ, ਔਰ ਉਹਨਾਂ ਨੇ ਮੈਨੂੰ ਬੁੱਧਾਂ ਦੀ ਧੰਮਾਂ ਦੀ 8,500 ਕਿਤਾਬ ਛਾਪ ਕੇ ਪੰਜਾਬ ਭੇਜੀ, ਜਿਹੜੀ ਕਿ ਫ੍ਰੀ ਵੰਡੀ ਜਾਂਦੀ ਹੈ। ਹਾਂਜੀ ਹਾਂਜੀ, ਪੜ੍ਹਨ ਵਾਲੇ ਨੂੰ ਆਮ ਨਹੀਂ ਦਿੱਤੀ ਜਾਂਦੀ। ਇਹ ਪੜ੍ਹਨ ਵਾਲੇ ਨੇ ਜੋ ਕੁਛ ਬਾਬਾ ਸਾਹਿਬ ਪ੍ਰਤੀ ਸ਼ਰਧਾ ਰੱਖਦਾ ਹੈ, ਉਹਨਾਂ ਨੂੰ ਪੜ੍ਹਨ ਵਾਸਤੇ ਉਹ ਮਤਲਬ ਮੁਫਤ ਦਿੱਤੀ ਜਾਂਦੀ ਹੈ। ਤਾਈਵਾਨ ਨੇ ਫ੍ਰੀ ਆਫ ਕਾਸਟ ਛਪਾ ਕੇ ਭੇਜੀ ਹੈ ਨਾ ਜੀ ਕਿਤਾਬੇ, ਤਾਈਵਾਨ ਨੇ ਫ੍ਰੀ ਆਫ ਕਾਸਟ। ਹਾਂਜੀ, ਤਾਂ ਹੀ ਕਿਉਂਕਿ ਪੰਜਾਬ ਦੇ ਵਿੱਚ ਛਾਪਣੀ ਮਹਿੰਗੀ ਪੈਂਦੀ ਸੀ, ਇਸ ਕਰਕੇ ਮੇਰੇ ਵਿਚਾਰ ਆ ਮਨ 'ਚ ਵੀ ਕਿਉਂ ਨਾ ਤਾਈਵਾਨ ਤੋਂ ਇਹ ਛਪਾਈ ਜਾਵੇ। ਉਹਨਾਂ ਨੂੰ ਬੇਨਤੀ ਕੀਤੀ, ਕੁਛ ਜਿਵੇਂ ਉਹਨਾਂ ਦੇ ਆਪਣੇ ਕੰਡੀਸ਼ਨਾਂ ਹੁੰਦੀਆਂ ਜੀ, ਉਹ ਮੰਨਣੀਆਂ ਪੈਂਦੀਆਂ, ਔਰ ਪ੍ਰੂਫ ਦੇਣਾ ਪੈਂਦਾ ਕਿ ਸੱਚਮੁੱਚ ਹੀ ਤੁਸੀਂ ਬੁੱਧਿਸਟ ਹੋ ਔਰ ਬੁੱਧ ਧਰਮ ਦਾ ਪ੍ਰਚਾਰ ਕਰ ਰਹੇ ਹੋ। ਪ੍ਰੂਫ ਦੇਣਾ ਪੈਂਦਾ, ਕਿਉਂਕਿ ਕਈ ਵਾਰ ਹੋਇਆ ਕਿ ਲੋਕ ਇੱਕ ਲੈਟਰ ਪੈਡ ਬਣਾ ਕੇ ਜੀ, ਚਿੱਠੀਆਂ ਪਾਉਂਦੇ ਆ, ਹਾਂਜੀ, ਔਰ ਕਿਤਾਬਾਂ ਮੰਗਾ ਕੇ ਤਾਂ ਵੇਚਣ ਲੱਗ ਪਏ ਸੀ। ਹਾਂਜੀ, ਇਸ ਕਰਕੇ ਫਿਰ ਉਹਨਾਂ ਨੇ ਥੋੜਾ ਜਿਹਾ ਰੂਲ ਬਣਾ ਦਿੱਤੇ, ਤੁਹਾਨੂੰ ਪ੍ਰੂਫ ਕਰਨਾ ਪੈਂਦਾ ਕਿ ਤੁਸੀਂ ਸੱਚਮੁੱਚ ਹੀ ਬੁੱਧ ਧਰਮ ਦਾ ਪ੍ਰਚਾਰ ਕਰ ਰਹੇ ਹੋ। ਬਹੁਤ ਅੱਛਾ ਹੈ। ਤੇ ਇਸ ਕਰਕੇ ਉਹਨਾਂ ਨੂੰ 5,000 ਕਿਹਾ ਸੀਗਾ, ਪਰ ਦੇਖੋ ਉਹਨਾਂ ਨੇ ਮੈਨੂੰ 8,500 ਬੁੱਧਾਂ ਦੀ ਧੰਮਾਂ ਦੀ ਕਿਤਾਬ ਫ੍ਰੀ ਵਿੱਚ ਪ੍ਰਿੰਟ ਕਰਕੇ ਹੀ ਨਹੀਂ ਦਿੱਤੀ। ਬੰਬਈ ਤੱਕ ਉਸ ਦਾ ਟਰਾਂਸਪੋਰਟ ਦਾ ਖਰਚਾ ਵੀ ਉਹਨਾਂ ਨੇ ਖੁਦ ਆਪਣੇ ਕੋਲੋਂ। ਸੋ ਉਹ ਦੇਖਣ ਵਾਲੀ ਗੱਲ ਆ ਸਾਥੀਓ, ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ਬੁੱਧ ਧੰਮ ਜਿਹੜਾ ਸੀ ਇਹ ਇਤਨਾ ਵਿਸ਼ਾਲ ਧੰਮ ਹੈ ਕਿ ਇਹਨੇ ਆਪਣੀ ਪੂਰੇ ਦੁਨੀਆ ਦੇ ਵਿੱਚ ਜਿਹੜਾ ਇਹ ਫੈਲਿਆ। ਤੇ ਏਸ਼ੀਆ ਦੇ ਵਿੱਚ ਬਹੁਤ ਸਾਰੀਆਂ ਅੱਜ ਦੁਨੀਆ ਵਿੱਚ ਕਾਫੀ ਸਾਰੇ ਰਾਸ਼ਟਰ ਜਿਹੜੇ ਆ, ਥਾਈਲੈਂਡ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਚਾਈਨਾ, ਜਾਪਾਨ, ਕੋਰੀਆ, ਸੋ ਕਾਫੀ ਸਾਰੇ ਰਾਸ਼ਟਰ ਨੇ ਜੋ ਬੁੱਧਿਸਟ ਨੇ, ਤੇ ਬੁੱਧਿਸਟ ਜੋ ਧੰਮ ਨੂੰ ਲੈ ਕੇ ਉਹ ਤਤਪਰ ਰਹਿੰਦੇ ਨੇ। ਤੇ ਬੜੀ ਇੰਟਰਸਟਿੰਗ ਗੱਲ ਹੈ ਕਿ ਟੀ ਆਰ ਚਾਲ ਜੀ ਹੁਣੀ ਇੱਕ ਕਿਤਾਬ ਬਾਰੇ ਕਿਹਾ, ਤੇ ਉਹਨਾਂ ਨੇ 10,000 ਜਿਹੜੀ 8,000 8,500 ਸੀ ਨਾ। ਹਾਂਜੀ, ਔਰ ਨਾਲ ਹੀ ਉਹਨਾਂ ਨੇ 1,000 ਕਾਪੀ ਕਿਤਾਬਾਂ ਇੰਗਲਿਸ਼ ਦੀਆਂ ਭੇਜੀਆਂ, ਜਿਹਦੇ ਵਿੱਚ ਜੋ ਅਲੱਗ-ਅਲੱਗ ਟਾਈਟਲ ਦੀਆਂ ਸੀਗੀਆਂ, ਔਰ 1,000 ਹਿੰਦੀ ਭਾਸ਼ਾ ਵਿੱਚ ਵੀ ਭੇਜੀਆਂ। ਸੋ ਟੋਟਲੀ ਉਹਨਾਂ ਨੇ 10,500 ਕਿਤਾਬ ਮਤਲਬ ਭੇਜੀ ਆ। ਹਾਂਜੀ, ਤੇ ਜਿਸ ਲਈ ਅਸੀਂ ਉਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ। ਹਾਂਜੀ, ਹੋਰ ਟੀ ਆਰ ਚਾਲ ਜੀ ਸਾਨੂੰ ਇਹ ਦੱਸੋ ਕਿ ਜਦੋਂ ਤੁਸੀਂ ਸਮਾਜ ਦੇ ਵਿੱਚ ਕੀ ਭਰਮਾ ਹੁੰਗਾਰਾ ਮਿਲ ਰਿਹਾ ਤੁਹਾਨੂੰ ਇਸ ਬਾਰੇ, ਜੋ ਤੁਸੀਂ ਇੰਨਾ ਕੰਮ ਕਰ ਰਹੇ ਹੋ ਜਾਂ ਇੰਨਾ ਇਸ ਚੀਜ਼ ਤੇ ਦੇ ਰਹੇ ਹੋ? ਦੇਖੋ ਜੀ, ਬਹੁਤ ਵਧੀਆ ਸਵਾਲ ਹੈ, ਪਰ ਇਸ ਤੋਂ ਪਹਿਲਾਂ ਮੈਨੂੰ ਇੱਕ ਜੋ ਸਵਾਲ ਦਾ ਜਵਾਬ ਦੇਣਾ ਭੁੱਲ ਗਿਆ ਜੀ, ਉਹ ਧੰਮ ਸਿੰਘ ਹਟੇ ਬਾਰੇ ਸੀਗਾ ਜੀ। ਅਸੀਂ ਤੋਂ ਸ਼ੁਰੂ ਕੀਤਾ, 96 ਵਿੱਚ ਮੈਂ ਗਿਆ ਇਸ ਕੰਮ ਨੂੰ ਸੈਟਅਪ ਕਰਨ ਵਾਸਤੇ, ਉਸ ਸਮੇਂ ਸ਼ੁਰੂ ਕੀਤਾ, ਔਰ 2000 ਤੱਕ ਅਸੀਂ ਪਹਿਲੀ ਦੀਕਸ਼ਾ ਮੈਂ ਕਰਵਾ ਚੁੱਕਾ ਸੀ ਜੀ। ਪਹਿਲੀ ਗਰੁੱਪ ਨੂੰ ਤਿਆਰ ਕਰਕੇ ਮੈਂ ਪਹਿਲੀ ਦੀਕਸ਼ਾ ਸੰਘੋਲ ਪੁਰਾਤਨ ਬੌਧ ਸੈਂਟਰ ਜਿਹੜਾ ਹੈ ਉਸੇ ਕਰਾ ਚੁੱਕਾ ਸੀ, ਔਰ 2012 ਤੱਕ ਕੋਈ 15-16 ਦੀਕਸ਼ਾਵਾਂ ਧੰਮ ਸਿੰਘ ਆਪਣੇ ਵਿਸ਼ਵ ਬੌਧ ਸੰਘ ਵੱਲੋਂ ਕਰਾਈਆਂ ਗਈਆਂ ਸਨ। ਔਰ ਧੰਮ ਸੰਗਠਿਤ ਚਲਾਉਣ ਦੀ ਲੋੜ ਇਸ ਤਰ੍ਹਾਂ ਮਹਿਸੂਸ ਹੋਈ ਕਿ ਕਈ ਪਿੰਡਾਂ ਦੇ ਵਿੱਚ ਜੋ ਦੂਰ ਦੇ ਪਿੰਡ ਸੀ, 2 ਘਰ 3 ਘਰ ਸੀ ਬੁੱਧਿਸਟਾਂ ਦੇ ਜੀ, ਔਰ ਉਹਨਾਂ ਦਾ ਲਿੰਕ ਮੇਨ ਲਹਿਰ ਦੇ ਨਾਲ ਬਹੁਤ ਘੱਟ ਰਹਿੰਦਾ ਹੈ। ਕਿਤੇ ਸਾਲ ਬਾਅਦ ਬਾਬਾ ਸਾਹਿਬ ਜਨਮ ਦਿਨ ਮਨਾਉਣਾ ਹੋਵੇ ਜਾਂ
14 ਅਕਤੂਬਰ ਦੀਕਸ਼ਾ ਦਿਵਸ ਮਨਾਉਣਾ ਹੋਵੇ ਉਦੋਂ ਹੀ ਇਕੱਠੇ ਹੁੰਦੇ ਸੀ। ਜੀ ਸਾਡੇ ਸਮਾਜ ਦਾ ਜ਼ਿਆਦਾਤਰ ਜੀ ਤੇ ਜ਼ਿਆਦਾਤਰ ਉਹ ਪਿੰਡ ਦੇ ਮਾਹੌਲ ਵਿੱਚ ਰਹਿੰਦੇ ਸੀ ਜੀ ਤੇ ਇਸ ਲਈ ਮਹਿਸੂਸ ਕੀਤਾ ਕਿ ਜੋ ਦੂਰ ਦਰਾਜ ਰਹਿੰਦੇ ਪਿੰਡਾਂ ਵਿੱਚ ਰਹਿੰਦੇ ਉਹਨਾਂ ਲਈ ਵੀ ਕੁਝ ਕਰਨਾ ਚਾਹੀਦਾ। ਜੀ ਇਸ ਕਰਕੇ ਫਿਰ ਮਾਸਿਕ ਧੰਮ ਸੰਗਠਕ ਨਾਂ ਦਾ ਪੇਪਰ ਸ਼ੁਰੂ ਕੀਤਾ ਗਿਆ ਤਾਂ ਕਿ ਉਹ ਲੋਕ ਜੋ ਦੂਰ ਦੂਰ ਬੈਠੇ ਹਨ ਬੁੱਧ ਸਾਡੇ ਭਾਈ ਜਿਨ੍ਹਾਂ ਨੂੰ ਸਾਡੇ ਨਾਲ ਮਿਲਣਾ ਘੱਟ ਹੁੰਦਾ ਨਾ ਜੀ, ਉਹ ਧਰਮ ਦੇ ਨਾਲ ਜੁੜੇ ਰਹਿਣ। ਉਹਨਾਂ ਨੂੰ ਧਰਮ ਦੇ ਜੋ ਕੁਛ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਬਹੁਤ ਧਰਮ ਦਾ ਘਟਨਾਵਾਂ ਜਾਂ ਹੋ ਰਹੀਆਂ ਉਹਨਾਂ ਨੂੰ ਪਤਾ ਲੱਗਦਾ ਰਹੇ ਜੀ ਬਹੁਤ ਅੱਛਾ ਕਿ ਸਾਡਾ ਜੋ ਮਿਸ਼ਨ ਹੈ ਉਹ ਕਿਸ ਤਰ੍ਹਾਂ ਅੱਗੇ ਵਧ ਰਿਹਾ ਹੈ। ਹਾਂਜੀ ਔਰ ਅਸੀਂ ਉਸ ਰਾਹੀਂ ਉਹਨਾਂ ਨੂੰ ਬਹੁਤ ਧਰਮ ਬਾਰੇ ਸਿੱਖਿਆਵਾਂ ਨਵੀਆਂ ਚੀਜ਼ਾਂ ਭੇਜ ਸਕਦੇ ਹਾਂ। ਲਗਾਤਾਰ ਕੰਮ ਕਰਦੇ ਤੇ ਲਗਾਤਾਰ ਮੰਥਲੀ ਪੇਪਰ ਉਹ ਚੱਲ ਰਿਹਾ ਪਿਛਲੇ 9 ਸਾਲ ਤੋਂ 9-10 ਸਾਲ। ਜਿੱਦਾਂ ਕਿ ਸਾਡੇ ਸਮਾਜ ਵਿੱਚ ਜ਼ਿਆਦਾਤਰ ਅਸੀਂ ਬੁੱਧ ਜਯੰਤੀ ਤੇ ਬਾਬਾ ਸਾਹਿਬ ਅੰਬੇਡਕਰ ਜਯੰਤੀ ਤੇ ਗੁਰੂ ਰਵਿਦਾਸ ਜਯੰਤੀ ਤੇ ਹੀ ਇਕੱਠੇ ਹੋ ਕੇ ਅਸੀਂ ਕੰਮ ਕਰਨ ਵਿੱਚ ਦਿਲਚਸਪੀ ਲੈਂਦੇ ਹਾਂ। ਅੱਗੇ ਪਿੱਛੇ ਅਸੀਂ ਇਸ ਚੀਜ਼ 'ਚ ਕੰਮ ਨਹੀਂ ਕਰਿਆ। ਅਸੀਂ ਜਯੰਤੀ ਮਨਾਉਂਦੇ ਹੋਏ ਜਾਂ ਮਹਾਂਪੁਰਸ਼ਾਂ ਦੇ ਪ੍ਰੀਨਿਰਵਾਣ ਮਨਾਉਂਦੇ ਹੋਏ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਸ਼ਾਇਦ ਮਿਸ਼ਨ ਦਾ ਕੰਮ ਕਰ ਰਹੇ ਹਾਂ। ਅਸੀਂ ਸ਼ਾਇਦ ਮਿਸ਼ਨ ਦਾ ਕੰਮ ਕਰ ਰਹੇ ਹਾਂ ਇੱਕ ਦਿਨ ਇਕੱਠੇ ਹੋਣ ਦੇ ਬਜਾਏ। ਮੈਂ ਅਸਲ ਵਿੱਚ ਕਰ ਲਿਆ ਕਿ ਪਿਛਲੇ 1996 ਤੋਂ ਫੁੱਲ ਟਾਈਮ ਇਹ ਕੰਮ ਕਰ ਰਿਹਾ ਪੰਜਾਬ ਦੇ ਵਿੱਚ ਔਰ ਮੈਂ ਲਗਾਤਾਰ ਪੰਜਾਬ ਜਾਂਦਾ ਰਹਿਣਾ। ਕਈ ਵਾਰ ਸਾਲ ਦੇ ਵਿੱਚ 2 ਗੇੜੇ ਵੀ ਲੱਗ ਜਾਂਦੇ ਆ, ਕਦੇ ਕਦੇ 3 ਵਾਰ ਵੀ ਜਾਣਾ ਪੈ ਜਾਂਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਜੋ ਇਹ ਲਹਿਰ ਸ਼ੁਰੂ ਹੋਈ ਹੈ ਇਹਦੇ ਵਿੱਚ ਕੋਈ ਰੁਕਾਵਟ ਆਵੇ। ਔਰ ਮੈਨੂੰ ਖੁਸ਼ੀ ਆ ਕਿ ਪੰਜਾਬ ਦੇ ਵਿੱਚ ਇਸਨੇ ਬਹੁਤ ਤਰੱਕੀ ਹੋਈ ਆ। ਉਸ ਵੇਲੇ ਦੀ ਬਹੁਤ ਤਰੱਕੀ ਹੋਈ। ਕਿਉਂ? ਪੰਜਾਬ ਦੇ ਵਿੱਚ ਜਦੋਂ ਮੈਂ ਗਿਆ 1996 ਵਿੱਚ ਉਸ ਵੇਲੇ ਕਿਧਰੇ ਨੀਲੇ ਝੰਡੇ ਦਿਸਦੇ ਸੀ ਜੀ ਔਰ ਧਰਮ ਦਾ ਪੰਜਸ਼ੀਲਾ ਝੰਡਾ ਜਿਹੜਾ ਪੰਜਾਬ ਦੇ ਵਿੱਚ ਨਹੀਂ ਸੀ ਦੇਖਣ ਨੂੰ ਨਹੀਂ ਮਿਲਦਾ ਸੀ। ਨਹੀਂ ਮਿਲਦਾ ਸੀ ਹੁਣ। ਔਰ ਅਗਰ ਮਿਲਦਾ ਸੀ ਤਾਂ ਉਹ ਇੱਕ ਸਮਾਂ ਮੈਂ ਦੇਖਿਆ ਜਦੋਂ ਮਿਲਦਾ ਸੀ ਜੀ ਉਹ ਸੀ ਜਦੋਂ ਬਾਬੂ ਘਨਸ਼ਿਆਮ ਜੀ ਜਾਂ ਭੈਣ ਮਾਵਤੀ ਜੀ ਦੀ ਕਾਨਫਰੰਸ ਹੁੰਦੀ ਸੀ ਲੁਧਿਆਣੇ। ਜੀ ਲੁਧਿਆਣੇ ਵਿੱਚ ਜੋ ਯੂਰਪ ਦੇ ਬੁੱਧ ਆਪਣੇ ਯੂਪੀ ਦੇ ਬੁੱਧਿਸਟ ਲੋਕ ਰਹਿੰਦੇ ਸੀਗੇ ਜਾਂ ਬਿਹਾਰ ਪ੍ਰਾਂਤ ਦੇ ਰਹਿੰਦੇ ਸੀ ਉਹ ਝੰਡਾ ਲੈ ਕੇ ਆਉਂਦੇ ਹੁੰਦੇ ਸੀ ਜੀ। ਪਰ ਅੱਜ ਤੁਹਾਨੂੰ ਪੰਜਸ਼ੀਲਾ ਝੰਡਾ ਜੋ ਬਹੁਤ ਧਰਮ ਦਾ ਇੰਟਰਨੈਸ਼ਨਲ ਝੰਡਾ ਹੈ ਉਹ ਸਾਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਬਾਬਾ ਸਾਹਿਬ ਦੇ ਆਪਣੇ ਚਹੇਤੇ ਬੈਠੇ ਆ ਔਰ ਜਿੱਥੇ ਜਿੱਥੇ ਬੁੱਧਿਸਟ ਪਰਿਵਾਰ ਬੈਠੇ ਆ ਉਹ ਸਾਰੇ ਉੱਥੇ ਤੁਹਾਨੂੰ ਅੱਜ ਪੰਜਸ਼ੀਲਾ ਝੰਡਾ ਜੋ ਬਹੁਤ ਧਰਮ ਦਾ ਝੰਡਾ ਉਹ ਹਰ ਹਰ ਸ਼ਹਿਰਾਂ ਦੇ ਵਿੱਚ ਕਦੇ ਵੀ ਹੁਣ ਅੱਜ ਕੱਲ੍ਹ ਕੋਈ ਪ੍ਰੋਗਰਾਮ ਹੁੰਦਾ ਹੈ ਜੀ ਐਜੀਟੇਸ਼ਨ ਹੁੰਦੀ ਆ ਜਾਂ ਕੁਝ ਵੀ ਹੁੰਦੀ ਆ ਕੁਝ ਵੀ ਪ੍ਰੋਗਰਾਮ ਹੈ ਉੱਥੇ ਅੱਜ ਹਰੇ ਨੀਲੇ ਝੰਡੇ ਦੇ ਨਾਲ ਪੰਜਸ਼ੀਲਾ ਝੰਡਾ। ਜਿਵੇਂ ਕਿ ਮੈਂ ਸ਼ੁਰੂ ਵਿੱਚ ਹੀ ਦੱਸਿਆ ਕਿ ਜਦੋਂ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੀ ਸਥਾਪਨਾ ਹੋਈ ਹੈ 1969 ਦੇ ਵਿੱਚ ਕਮੇਟੀ ਨੇ ਜੋ ਪਹਿਲਾ ਕਦਮ ਚੁੱਕਿਆ ਔਰ ਫੈਸਲਾ ਲਿਆ ਉਹ ਸੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੁਆਰਾ ਲਿਖਿਆ ਗਿਆ ਸਾਹਿਤ ਲੋਕਾਂ ਤੱਕ ਪਹੁੰਚਾਉਣਾ। ਔਰ ਉਹ ਬਹੁਤ ਸਾਰਾ ਸਾਹਿਤ ਜਿਵੇਂ ਮੈਂ ਦੱਸਿਆ ਪਹਿਲਾਂ ਵੀ ਕਿ ਅਸੀਂ ਇੰਗਲੈਂਡ ਵੀ ਮੰਗਵਾਇਆ ਤੇ ਉਹਨਾਂ ਕਿਤਾਬਾਂ ਦੇ ਵਿੱਚ ਬਾਬਾ ਸਾਹਿਬ ਦੁਆਰਾ ਲਿਖਿਤ ਇੱਕ ਇਤਿਹਾਸਿਕ ਪੁਸਤਕ ਅਛੂਤ ਕੌਰ ਕਿਵੇਂ ਵੀ ਸੀ। ਉਹ ਕਿਤਾਬ ਜਦੋਂ ਅਸੀਂ ਮੈਂ ਪੜ੍ਹੀ ਤੇ ਉਸਦੇ ਜੋ ਪਿਛਲੇ ਐਂਡ ਤੇ 4 ਪੈਰਾਗ੍ਰਾਫ ਹਨ ਉਹ 4 ਪੈਰਾਗ੍ਰਾਫ ਜਦੋਂ ਮੈਂ ਪੜ੍ਹੇ ਤਾਂ ਉਦੋਂ ਹੀ ਮੇਰੇ ਮਨ ਵਿੱਚ ਬੁੱਧ ਧਰਮ ਪ੍ਰਤੀ ਸ਼ਰਧਾ ਪੈਦਾ ਹੋਈ। ਉਹ ਇਸ ਤਰ੍ਹਾਂ ਕਿ ਉਹਦੇ ਵਿੱਚ ਬਾਬਾ ਸਾਹਿਬ ਉਹਨਾਂ ਨੇ ਆਪਣੀ ਰਿਸਰਚ ਦਾ ਖੋਜ ਦਾ ਸਾਰਾ ਸਿੱਟਾ 4 ਪੈਰਾਗ੍ਰਾਫਾਂ ਵਿੱਚ ਦਿੱਤਾ ਹੋਇਆ। ਉਹਦੇ ਵਿੱਚ ਉਹਨਾਂ ਦੱਸਿਆ ਕਿ ਜੋ ਭਾਰਤ ਦੇ ਅਛੂਤ ਜਾਤੀਆਂ ਦੇ ਲੋਕ ਹਨ ਜਿਨ੍ਹਾਂ ਨੂੰ ਅਛੂਤ ਕਿਹਾ ਜਾਂਦਾ ਹੈ ਅਸਲ ਵਿੱਚ ਇਹ ਪੁਰਾਤਨ ਕਾਲ ਦੇ ਬੋਧੀਆਂ ਦੇ ਵਿਰਸੇ ਚੋਂ ਅਰਥਾਤ
ਸਾਡੇ ਪੂਰਵਜ ਜਿਹੜੇ ਸੀਗੇ ਉਹ ਬੋਧੀ ਸੀਗੇ। ਬੋਧੀ ਸੀ ਜੀ, ਹਾਂਜੀ ਸਪਸ਼ਟ ਔਰ ਲਿਖਿਆ। ਇਸ ਗੱਲ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਮੇਰੇ ਮਨ ਵਿੱਚ ਆਇਆ ਕਿ ਮੈਂ ਹੁਣੇ ਹੀ ਇਸ ਧਰਮ ਨੂੰ ਗ੍ਰਹਿਣ ਕਰ ਲਵਾਂ। ਹੂੰ। ਹਾਂਜੀ, ਸਾਡੇ ਪੂਰਵਜ ਬੰਦੇ, ਮੈਂ ਬਹੁਤ ਧਰਮ ਬਾਰੇ ਜਾਣਦਾ ਸੀ ਕੁਛ, ਮੈਂ ਸੋਚਿਆ ਵੀ ਐਡਾ ਉੱਚਾ ਸੁੱਚਾ ਸਾਡੇ ਪੂਰਵਜਾਂ ਦੀ ਸਭਿਅਤਾ ਸੀ, ਜੀ ਹਾਂ ਬਿਲਕੁਲ। ਔਰ ਅੱਜ ਸਾਨੂੰ ਇਹ ਸਾਡੀ ਜਾਤ ਤੋਂ ਨਾਂ ਲੈ ਕੇ, ਹਾਂਜੀ, ਜਾਤ ਦੇ ਵਿੱਚ ਵੰਡਿਆ ਹੋਇਆ ਸਾਨੂੰ ਇੰਡੀਆ ਦੀ ਹਾਂ। ਵਿਵਸਥਾ ਨੇ ਸਾਨੂੰ, ਤੇ ਸਾਨੂੰ ਜਾਤੀ ਵਿਵਸਥਾ 'ਚ ਮਤਲਬ ਵੰਡਿਆ। ਜਾਤੀਆਂ ਵਿੱਚ ਵੰਡ ਕੇ ਸਾਨੂੰ ਜਾਤ ਦੇ ਨਾਂ ਤੋਂ ਸੰਬੋਧਨ ਕਰਦੇ। ਸੰਬੋਧਨ ਕਰਦੇ ਆ ਜੀ। ਔਰ ਇਸ ਚੀਜ਼ ਨੇ ਮਤਲਬ ਮੈਨੂੰ ਬਹੁਤ ਧਰਮ ਵਿੱਚ ਉਤਸ਼ਾਹਿਤ ਕੀਤਾ। ਔਰ ਦੂਜੀ ਗੱਲ ਇਹ ਹੋਈ ਸੀ ਜੋ ਮੈਂ ਦੱਸਣੀ ਚਾਹਾਂਗਾ ਕਿ 1970 ਦੇ ਵਿੱਚ ਰਾਮਨੌਮੀ ਦੇ ਪ੍ਰੋਗਰਾਮ ਦੇ ਵਿੱਚ ਜੋ ਕਲਕੱਤੇ ਵੱਡੇ ਪੱਧਰ ਤੇ ਹੋਇਆ, ਔਰ ਜਿਸ ਵਿੱਚ ਪੁਰੀ ਦਾ ਸ਼ੰਕਰਾਚਾਰਿਆ ਵੀ ਸ਼ਾਮਿਲ ਸੀ ਔਰ ਬਾਬਾ ਜਗਜੀਵਨ ਰਾਮ ਵੀ ਸ਼ਾਮਿਲ ਸਨ। ਜੀ। ਉੱਥੇ ਸ਼ੰਕਰਾਚਾਰੀਆ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਸੀਗਾ ਕਿ ਕਿਉਂਕਿ ਭਾਰਤ ਇੱਕ ਸੈਕੂਲਰ ਸਟੇਟ ਆ, ਇੱਥੇ ਹਰ ਇੱਕ ਨੂੰ ਆਪਣਾ ਆਪਣਾ ਧਰਮ ਦਾ ਪਾਲਣ ਕਰਨ ਦੀ ਆਗਿਆ ਹੈ, ਅੱਗੇ ਆ। ਕਿਉਂਕਿ ਛੂਆ-ਛਾਤ ਜੋ ਹੈ ਉਹ ਹਿੰਦੂ ਧਰਮ ਦਾ ਅੰਗ ਹੈ। ਹੂੰ। ਇਸ ਕਰਕੇ ਸਾਨੂੰ ਛੂਆ-ਛਾਤ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ। ਇਸ ਗੱਲ ਨੇ ਕਹਿੰਦੇ ਹੁੰਦੇ ਆ ਕਿ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ। ਔਰ ਅਸੀਂ ਮੈਂ ਮਤਲਬ ਬਾਕੀ ਦੇ ਸਾਥੀਆਂ ਨੂੰ ਬੁਲਾਇਆ ਔਰ ਕਿਹਾ ਕਿ ਆਹ ਜਿਹੜਾ ਗੱਲ ਹੈਗੀ ਆ, ਆਪਣੀ ਸਭਿਅਤਾ ਕਿੱਡੀ ਉੱਚੀ ਸੀ ਪੂਰਵਜਾਂ ਦੀ, ਔਰ ਇਹ ਸਾਨੂੰ ਅੱਜ ਇੱਕ ਛੂਆ-ਛਾਤ ਕਰਨ ਦੀ ਅੱਜ ਵੀ ਸਾਨੂੰ ਨੀਚ ਬਣਾਇਆ ਕਰਨ ਗਿਆ। ਦੀ ਬਣਾ ਕੇ ਰੱਖਣਾ ਚਾਹੁੰਦੇ ਆ। ਜੀ। ਤੇ ਅਸੀਂ ਉਦੋਂ ਹੀ ਫੈਸਲਾ ਕਰ ਲਿਆ ਕਿ ਹੁਣ ਅਸੀਂ ਹਿੰਦੂ ਧਰਮ ਦਾ ਤਿਆਗ ਜਲਦੀ ਤੋਂ ਜਲਦੀ ਕਰਨਾ। ਕਰ ਦੇਵਾਂਗੇ। ਔਰ ਅਸੀਂ ਅਪ੍ਰੈਲ 1971 ਅਰਥਾਤ 25 ਅਪ੍ਰੈਲ 1971 ਨੂੰ ਅਸੀਂ ਲੰਡਨ ਬੁੱਧ ਵਿਹਾਰ ਜਾ ਕੇ ਬੁੱਧ ਧਰਮ ਦੀ ਦੀਖਿਆ ਲੈ ਲਈ। ਜੋ ਪੰਜਾਬ ਵਿੱਚ ਪੰਜਸ਼ੀਲ ਝੰਡੇ ਦੀ ਗੱਲ ਹੈ, ਇਹ ਤਾਂ ਸਾਰੇ ਜਾਣਦੇ ਹਨ ਕਿ ਜਿਨ੍ਹਾਂ ਨੇ ਬਾਬਾ ਸਾਹਿਬ ਨੂੰ ਪੜ੍ਹਿਆ ਕਿ ਬਾਬਾ ਸਾਹਿਬ ਭਾਰਤ ਦੇਸ਼ ਨੂੰ ਬੁੱਧਮਈ ਦੇਸ਼ ਦੇਖਣਾ ਚਾਹੁੰਦੇ ਸੀ। ਔਰ ਬਾਬਾ ਸਾਹਿਬ ਜੀ ਦੇ ਜਾਣ ਤੋਂ ਬਾਅਦ ਬਾਬਾ ਕਾਂਸ਼ੀ ਰਾਮ ਜੀ ਮੈਦਾਨ 'ਚ ਉਤਰੇ ਜੀ। ਔਰ ਉਹਨਾਂ ਨੇ 2002 ਵਿੱਚ ਜਦੋਂ ਬਹੁਤ ਸਾਰੇ ਲੋਕ ਤਿਆਰ ਹੋ ਗਏ, ਉਹਨਾਂ ਦੇ ਨਾਲ ਜੁੜ ਗਏ, ਜੀ। ਤਦ ਉਹਨਾਂ ਨੇ 2002 ਵਿੱਚ ਇਹ ਐਲਾਨ ਕੀਤਾ ਸੀ ਕਿ ਮੈਂ 14 ਅਕਤੂਬਰ 2006 ਨੂੰ 3-4 ਕਰੋੜ ਲੋਕਾਂ ਦੇ ਨਾਲ ਬੁੱਧ ਧਰਮ ਵਿੱਚ ਦੀਕਸ਼ਿਤ ਹੋਊਂਗਾ। ਜੀ ਕੀਤਾ ਸੀ ਲਾਂਘਾ। ਔਰ ਮੇਲੇ ਇੱਕ ਇਹ ਬਹੁਤ ਵੱਡੀ ਦੁਖਾਂਤ ਦੀ ਗੱਲ ਸੀ ਕਿ ਜਦੋਂ ਬਾਬਾ ਸਾਹਿਬ ਜੀ ਦਾ ਪਰਿਨਿਰਵਾਣ ਹੋਇਆ, ਹਾਂਜੀ। ਉਸ ਤੋਂ ਪਹਿਲਾਂ ਉਹਨਾਂ ਨੇ ਬੰਬਈ ਵਿੱਚ ਲੋਕਾਂ ਨੂੰ ਦੀਕਸ਼ਾ ਦੇਣ ਦਾ ਸੰਮੇਲਨ ਰੱਖਿਆ, ਸਮਾਗਮ ਰੱਖਿਆ ਹੋਇਆ ਸੀਗਾ। ਧੰਮ ਪਰਿਵਰਤਨ ਕਰਨ ਦਾ ਡੇਟ ਮਿਥੀ ਹੋਈ ਸੀ, ਮਗਰ ਉਹ ਸਾਡੇ ਤੋਂ 6 ਦਸੰਬਰ ਨੂੰ ਹੀ ਵਿਛੜ ਗਏ। ਔਰ ਉਹ ਜੋ ਧੰਮ ਪਰਿਵਰਤਨ ਦਾ ਪ੍ਰੋਗਰਾਮ ਸੀ ਬੰਬੇ ਵਿੱਚ ਹੋਣਾ, ਉਹ ਨਹੀਂ ਹੋ ਕਰ ਸਕਿਆ। ਮਗਰ ਜਦੋਂ ਬਾਬਾ ਸਾਹਿਬ ਜੀ ਦੀ ਚਿਖਾ ਜਲ ਰਹੀ ਸੀ ਤੇ ਬੰਬਈ ਦੇ 1.5 ਲੱਖ ਲੋਕਾਂ ਨੇ ਚਿਖਾ ਦੇ ਆਲੇ ਦੁਆਲੇ ਲੱਗ ਖੜੇ ਹੋ ਕੇ ਭਗਵੰਤ ਨੰਦ ਖਿਲਰਨ ਜੀ ਕੋਲੋਂ ਦੀਕਸ਼ਾ ਲਈ ਸੀ, ਬੁੱਧ ਧਰਮ ਗ੍ਰਹਿਣ ਕੀਤਾ ਹੈ। ਦੁਖਾਂਤ ਇਹ ਆ ਮੇਰੇ ਲਈ ਕਿ ਜਦੋਂ ਬਾਬੂ ਕਾਂਸ਼ੀ ਰਾਮ ਜੀ ਦੇ ਬਚਨਾਂ ਤੇ ਪਹਿਰਾ ਦੇਣ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕਰਦੇ ਆ, ਤੇ ਜਦੋਂ ਉਹਨਾਂ ਦਾ ਪਰਿਨਿਰਵਾਣ ਹੋਇਆ ਔਰ ਚਿਖਾ ਜਲ ਰਹੀ ਸੀ, ਉਸ ਵੇਲੇ ਉਹਨਾਂ ਦੇ ਮਗਰ ਉਹਨਾਂ ਦੀ ਇਸ ਗੱਲ ਤੇ ਕਿਸੇ ਨੇ ਪਹਿਰਾ ਨਹੀਂ ਦਿੱਤਾ ਜੀ। ਇਸ ਗੱਲ ਨੂੰ ਬਿਲਕੁਲ ਹੀ ਅਲੱਗ ਕਰ ਦਿੱਤਾ, ਭੁੱਲ ਗਏ। ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਨਿਭਾਇਆ ਨਹੀਂ। ਹਾਂ। ਉਹਨਾਂ ਦੀ ਕਾਂਸ਼ੀ ਰਾਮ ਨੇ ਅਨਾਉਂਸ ਕੀਤਾ ਸੀ, ਉਹ ਪੂਰਾ ਕੀਤਾ ਪੂਰਾ ਨਹੀਂ ਕੀਤਾ ਜੀ। ਤੇ
ਇਹ ਮੇਰੇ ਲਈ ਮਤਲਬ ਬੜੀ ਥਾਂ ਤੇ, ਮੈਂ ਇੰਗਲੈਂਡ ਵਿੱਚ ਬੈਠਾ ਟੈਲੀਵਿਜ਼ਨ ਦੇਖ ਰਿਹਾ ਸੀ ਵੀ ਹੁਣ ਵੀ ਕੋਈ ਖਬਰ ਆਏਗੀ, ਹੁਣ ਵੀ ਖਬਰ ਆਏਗੀ ਕਿ ਇੰਨੇ ਲੋਕਾਂ ਨੇ ਦੀਕਸ਼ਾ ਲਈ ਹੈ। ਜੀ ਹਾਂਜੀ। ਤੇ ਫਿਰ ਜਦੋਂ ਅਸੀਂ ਗੱਲ ਕਰਦੇ ਹਾਂ ਕਿਸੇ ਦੇ ਸੋਚ ਤੇ ਪਹਿਰਾ ਦੇਣ ਦੀ, ਹਾਂਜੀ, ਤੇ ਮੇਰਾ ਖਿਆਲ ਹੈ ਕਿ ਸਾਨੂੰ ਇਹ ਸੋਚ ਵਿਚਾਰ ਕੇ ਇਹ ਵਾਅਦਾ ਕਰਨਾ ਚਾਹੀਦਾ। ਅਗਰ ਤੁਹਾਡੇ ਵਿੱਚ ਸਮਰੱਥਾ ਨਹੀਂ ਉਸ ਗੱਲ ਨੂੰ ਫੋਲੋ ਕਰਨ ਤਾਂ ਉਹ ਕਹਿਣੀ ਨਹੀਂ ਚਾਹੀਦੀ। ਨਹੀਂ ਕਹਿਣੀ ਚਾਹੀਦੀ। ਹਾਂਜੀ। ਤੇ ਇਸ ਕਰਕੇ ਕੰਮ ਪੰਜਾਬ ਦੇ ਵਿੱਚ ਪਿਛੜਾ ਗਿਆ, ਮਗਰ ਹੁਣ ਬਹੁਤ ਖੁਸ਼ੀ ਦੀ ਗੱਲ ਆ ਕਿ ਅੱਜ ਇਹ ਲਹਿਰ ਜੋ ਹੈ ਧਰਮ ਪਰਿਵਰਤਨ ਦੀ ਲਹਿਰ ਰਫਤਾਰ ਫੜ ਰਹੀ ਹੈ ਔਰ ਹੁਣ ਰੁਕੇਗੀ ਨਹੀਂ। ਜੀ ਜੀ ਠੀਕ ਆ ਜੀ, ਬਹੁਤ ਵਧੀਆ। ਜਿੱਦਾਂ ਕਿ ਸਾਥੀਓ ਬਹੁਤ ਕੁਛ ਨਵੀਆਂ ਗੱਲਾਂ ਆਪ ਜੀ ਨੂੰ ਟੀ.ਆਰ. ਚਾਹਲ ਜੀ ਨੇ ਜੋ ਦੱਸੀਆਂ ਕਿ ਬਾਬਾ ਸਾਹਿਬ ਅੰਬੇਡਕਰ ਜੀ ਨੇ ਜੋ ਕਿਹਾ ਸੀ, ਸਾਹਿਬ ਕਾਂਸ਼ੀ ਰਾਮ ਜੀ ਹੁਣੀ ਵੀ ਉਸ ਚੀਜ਼ ਨੂੰ ਅਨਾਉਂਸ ਕੀਤਾ ਹੋਇਆ ਸੀ, ਲੇਕਿਨ ਕੁਦਰਤੀ ਉਹਨਾਂ ਦੀ ਜਿਹੜੀ ਆ ਉਹਨਾਂ ਦਾ ਪਰਿਨਿਰਮਾਣ ਪਹਿਲਾਂ ਹੋ ਗਿਆ ਧਰਮ ਪਰਿਵਰਤਨ ਤੋਂ। ਸੋ ਬਹੁਤ ਹੀ ਨਵੀਂ ਜਾਣਕਾਰੀ ਇਹਨਾਂ ਨੇ ਜਿਹੜੀਆਂ ਹੈ ਇਹ ਸਾਡੇ ਨਾਲ ਸਾਂਝੀਆਂ ਕੀਤੀਆਂ। ਤੇ ਹੋਰ ਮੈਂ ਟੀ.ਆਰ. ਚਾਹਲ ਜੀ ਤੁਹਾਨੂੰ ਕਹਿੰਦਾ ਵੀ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਇਸ ਵੀਡੀਓ ਤੇ? ਮੈਂ ਇਸੇ ਸਬਜੈਕਟ ਤੇ ਇੱਕ ਗੱਲ ਹੋਰ ਕਰਨੀ ਚਾਹੁੰਦਾ। ਉਹ ਗੱਲ ਹੈ ਭਾਰਤ ਦੇ ਇਤਿਹਾਸ ਪੱਖੋਂ। ਜਦੋਂ ਅਸੀਂ ਮਤਲਬ ਭਾਰਤ ਦਾ ਇਤਿਹਾਸ, ਧਾਰਮਿਕ ਇਤਿਹਾਸ ਜੋ ਹੈ ਜਾਂ ਸਮਾਜਿਕ ਇਤਿਹਾਸ ਵੱਲ ਨਿਗਾਹ ਮਾਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਭਾਰਤ ਦੀ ਧਰਤੀ ਤੇ ਅੱਜ ਬਹੁਤ ਸਾਰੇ ਧਰਮ ਹਨ, ਮਗਰ ਜਦੋਂ ਇਤਿਹਾਸ ਵੱਲ ਨਿਗਾਹ ਮਾਰਦੇ ਹਾਂ ਤਾਂ ਅਸੀਂ ਸਾਨੂੰ ਸਾਹਮਣੇ ਆਉਂਦਾ ਹੈ ਕਿ ਭਾਰਤ ਦੀ ਧਰਤੀ ਤੇ ਅਸਲ ਵਿੱਚ 3 ਧਰਮ ਹੀ ਪੈਦਾ ਹੋਏ। ਜੀ ਉਹ 3 ਧਰਮ ਜੋ ਧਰਤੀ ਤੇ ਪੈਦਾ ਹੋਏ ਔਰ ਦੂਸਰੇ ਧਰਮ ਜੋ ਬਾਹਰੋਂ ਆਏ ਹੋਏ ਆ। ਭਾਰਤ ਦੀ ਧਰਤੀ ਜੋ 3 ਧਰਮ ਪੈਦਾ ਹੋਏ ਉਹ ਹਨ ਬੁੱਧ ਧਰਮ, ਜੈਨ ਧਰਮ ਔਰ ਸਿੱਖ ਧਰਮ। ਅਸਲ ਭਾਰਤ ਦੇ ਇਹ ਤਿੰਨੋਂ ਹੀ ਸਭਿਅਤਾਵਾਂ ਜਿਹੜੇ ਉਹ ਭਾਰਤ ਦੇ ਵਿੱਚ ਉੱਭਰੀਆਂ, ਬਾਕੀ ਦੀਆਂ ਬਾਹਰੋਂ ਆਈਆਂ। ਸੋ ਇਸ ਨਾਲ ਜਦੋਂ ਅਸੀਂ ਆਦਿ ਧਰਮ ਦੀ ਗੱਲ ਕਰਦੇ ਹਾਂ, ਆਦਿ ਧਰਮ ਦੀ ਗੱਲ ਕਰਦੇ ਹਾਂ, ਵੀ ਸਾਡੇ ਪੁਰਖਿਆਂ ਦੇ ਧਰਮ ਦੀ ਗੱਲ ਕਰਦੇ ਹਾਂ, ਤੇ ਸਪਸ਼ਟ ਹੈ ਕਿ ਉਹ ਬੁੱਧ ਧਰਮ ਤੋਂ ਇਲਾਵਾ ਕੋਈ ਦੂਸਰਾ ਨਹੀਂ ਹੋ ਸਕਦਾ। ਇਹ ਬਾਬਾ ਸਾਹਿਬ ਨੇ ਲਿਖਿਆ ਹੋਇਆ ਬਕਾਇਦਾ। ਹਾਂਜੀ, ਬਾਬਾ ਸਾਹਿਬ ਨੇ ਵੀ ਲਿਖਿਆ ਹੋਇਆ। ਔਰ ਕਿਉਂਕਿ ਜੈਨ ਧਰਮ ਜੋ ਹੈ ਉਹ ਬਾਹਰ ਨਹੀਂ ਫੈਲ ਸਕਿਆ, ਆਪਣੇ ਉਹਦੇ ਅੰਦਰ ਜੋ ਕਾਰਨ ਹੋਣਗੇ ਨਹੀਂ ਫੈਲ ਸਕਿਆ। ਪਰ ਬੁੱਧ ਧਰਮ ਹੀ ਭਾਰਤ ਦਾ ਇੱਕ ਇਹੋ ਜਿਹਾ ਧੰਮ ਹੈ ਜਾਂ ਇੱਕ ਫਲਸਫਾ ਹੈ ਜਿਸ ਨੇ ਬਾਹਰਲੇ ਦੇਸ਼ਾਂ ਨੂੰ ਵੀ ਪ੍ਰਭਾਵਿਤ ਕੀਤਾ। ਹਾਂਜੀ, ਔਰ ਉਹਨਾਂ ਨੂੰ ਆਪਣੀ ਬੁੱਕਲ ਦੇ ਵਿੱਚ ਲਿਆ। ਬਿਲਕੁਲ ਜੀ। ਇਸ ਕਰਕੇ ਬਾਬਾ ਸਾਹਿਬ ਨੇ ਜੋ ਕੀਤਾ ਉਹ 100% ਸਹੀ ਕੀਤਾ, ਇਤਿਹਾਸਕ ਪੱਖੋਂ ਵੀ ਔਰ ਸਮਾਜਿਕ ਪੱਖੋਂ ਵੀ। ਜੀ ਉਹ ਠੀਕ ਹੈ ਗੱਲ ਜੀ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਅੰਤ ਵਿੱਚ ਕਿ ਤੁਸੀਂ ਹੁਣ ਕੀ ਮੈਸੇਜ ਦੇਣਾ ਚਾਹੁੰਦੇ ਆ ਨੌਜਵਾਨਾਂ ਨੂੰ, ਵਿਦੇਸ਼ 'ਚ ਨੌਜਵਾਨ ਜਿਹੜੇ ਆ ਹੁਣ ਜਿਹੜੇ ਮੂਵਮੈਂਟ ਨੂੰ ਜਿਹੜਾ ਵਿਦੇਸ਼ ਵਿੱਚ UK ਤੋਂ ਬਾਅਦ ਹੁਣ UK 'ਚ ਜਿਹੜੀ ਮੂਵਮੈਂਟ ਸੀ ਬਾਬਾ ਸਾਹਿਬ ਅੰਬੇਡਕਰ ਦੇ ਜੋ ਅੰਦੋਲਨ ਦੀ ਮੂਵਮੈਂਟ ਸੀਗੀ ਉਹ UK ਵਿੱਚ ਕਾਫੀ ਦੇਰ ਤੋਂ ਹੀ ਆਰੰਭ ਹੋ ਗਈ, ਕਿਉਂਕਿ UK 'ਚ ਜਿਹੜੇ ਆਪਣੇ ਭਾਰਤੀ ਲੋਕ ਆ ਉਹ ਕਾਫੀ ਟਾਈਮ ਤੋਂ ਆ ਕੇ ਵਸੇ ਹੋਏ ਨੇ, ਪੁਰਾਣੇ ਟਾਈਮ ਤੋਂ। ਸੋ ਯੂਰਪ ਵਿੱਚ ਜਿਹੜੀ ਇਹ ਤੁਹਾਨੂੰ ਲੱਗ ਰਹੀ ਯੂਰਪ ਵਿੱਚ ਕੁਝ ਸਾਲਾਂ ਤੋਂ ਹੀ ਜਿਹੜੀ ਮੂਵਮੈਂਟ ਹੁਣ ਉੱਠ ਰਹੀ ਹੈ, ਯੂਰਪ ਵਿੱਚ ਲੋਕ ਜਿਹੜੇ ਹੁਣ ਇੱਥੇ ਵੀ ਮੂਵਮੈਂਟ ਉੱਠ ਰਹੀ ਹੈ, ਉਹਦੇ ਬਾਰੇ ਤੁਹਾਡੀ ਕੀ ਵਿਚਾਰ ਆ? ਪਹਿਲਾਂ ਨਹੀਂ ਹੁੰਦੀ ਸੀ, ਹੁਣ ਯੂਰਪ ਵਿੱਚ ਵੀ ਮੂਵਮੈਂਟ ਹੋ ਰਹੀ ਹੈ। ਹਰ ਯੂਰਪ ਦੀ ਕੰਟਰੀ ਵਿੱਚ ਬਾਬਾ ਸਾਹਿਬ ਅੰਬੇਡਕਰ ਬੁੱਧਿਜ਼ਮ ਦੇ ਜੋ ਵੀ ਆਰਗੇਨਾਈਜੇਸ਼ਨ ਜਿਹੜੀਆਂ ਬਣ ਰਹੀਆਂ, ਹੁਣ ਮੂਵਮੈਂਟ ਨੂੰ ਵਾਧਾ ਵਿਕਾਸ ਹੋ ਰਿਹਾ। ਤੁਸੀਂ ਪਹਿਲਾਂ ਸ਼ਾਇਦ ਇਟਲੀ 'ਚ ਨਹੀਂ ਆਉਂਦੇ ਹੋਣੇ 2-3 ਸਾਲ ਪਹਿਲਾਂ, ਹੁਣ ਤਾਂ ਤੁਸੀਂ ਇਟਲੀ 'ਚ ਵੀ, ਸਪੇਨ 'ਚ ਵੀ, ਸਾਰੇ ਪਾਸੇ ਜਿਹੜੇ ਧੰਮ ਨੂੰ ਅੰਬੇਡਕਰੀ ਮੂਵਮੈਂਟ ਨੂੰ ਲੈ ਕੇ ਜਿਹੜੀਆਂ ਹੁਣ ਐਕਟੀਵਿਟੀ ਹੋ ਰਹੀ ਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਜੋ ਯੂਰਪ ਦੇ ਵਿੱਚ ਹੁਣ ਬੌਧ ਧਰਮ ਪ੍ਰਤੀ ਚਰਚਾ ਹੋ ਰਹੀ ਹੈ, ਨੌਜਵਾਨ ਜੋ ਇਸ ਚਰਚਾ ਨਾਲ ਜੁੜੇ ਹੋਏ ਹਨ, ਮੈਂ ਇਹ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਬਾਬਾ ਸਾਹਿਬ ਜੀ ਦੇ ਦੁਆਰਾ ਲਿਖਿਆ ਗਿਆ ਸਾਹਿਤ ਜ਼ਰੂਰ ਪੜ੍ਹਨਾ ਚਾਹੀਦਾ, ਕਿਉਂਕਿ ਸਾਡੇ ਕੋਲ ਸਮਾਜ ਦੇ ਵਿੱਚ ਬਹੁਤ ਸਾਰੀਆਂ ਸੁਣੀਆਂ ਸੁਣਾਈਆਂ ਗੱਲਾਂ ਪ੍ਰਚਲਿਤ ਹੋ ਗਈਆਂ ਜਿਹੜੀਆਂ ਸਹੀ ਨਹੀਂ ਹਨ।
ਨਹੀਂ ਸਹੀ ਜਿਨ੍ਹਾਂ ਦਾ ਕੋਈ ਆਧਾਰ ਨਹੀਂ। ਜੀ। ਇਸ ਲਈ ਸਾਨੂੰ ਸਹੀ ਰਾਹ ਤੇ ਚੱਲਣ ਵਾਸਤੇ, ਸਹੀ ਕਦਮ ਪੁੱਟਣ ਵਾਸਤੇ, ਇਸ ਧਰਮ ਨੂੰ ਅੱਗੇ ਲਿਜਾਣ ਵਾਸਤੇ, ਲਹਿਰ ਨੂੰ, ਸਾਨੂੰ ਬਾਬਾ ਸਾਹਿਬ ਦੁਆਰਾ ਲਿਖਿਆ ਹੋਇਆ ਸਾਹਿਤ ਜ਼ਰੂਰ ਪੜ੍ਹਨਾ ਚਾਹੀਦਾ ਜੀ। ਤਾਂ ਹੀ ਅਸੀਂ ਮਤਲਬ ਸਹੀ ਢੰਗ ਨਾਲ ਅੱਗੇ ਵੱਧ ਸਕਾਂਗੇ। ਜੀ ਬਿਲਕੁਲ। ਉਹਦੇ ਵਿੱਚੋਂ ਸਾਨੂੰ ਬਹੁਤ ਸਾਰਾ ਗਿਆਨ ਮਿਲੇਗਾ, ਸੇਧ ਮਿਲੇਗੀ ਕੰਮ ਕਰਨ ਦੀ, ਹਾਂਜੀ, ਤੇ ਜੋਸ਼ ਵੀ ਮਿਲੇਗਾ, ਹਾਂਜੀ। ਜੀ। ਤੇ ਇਸ ਕਰਕੇ ਜੋ ਆਮ ਸਮਾਜ ਵਿੱਚ ਸਟੇਜਾਂ ਤੋਂ ਲੋਕ ਮੂੰਹ ਮਤਲਬ ਆਪਣੇ ਕੋਲੋਂ ਬਣਾ ਕਰਨਾ ਕਹਿੰਦੇ ਹਨ, ਜ਼ਿਆਦਾਤਰ ਉਹੀ ਪ੍ਰਚਲਿਤ ਹੋ ਗਈਆਂ ਸਮਾਜ ਦੇ ਵਿੱਚ। ਕਿਉਂਕਿ ਸਮਾਜ ਦੇ ਪੜ੍ਹਦੇ ਨੌਜਵਾਨ ਬਹੁਤ ਘੱਟ ਉਹਨਾਂ ਨੂੰ ਪੜ੍ਹਦੇ ਪਤਾ ਕਿ ਸਮਾਜ ਪੜ੍ਹਦਾ ਨਹੀਂ, ਜੋ ਕਹਦਾ ਕਿ ਇਹਨਾਂ ਨੇ ਉਸ ਨੂੰ ਕਬੂਲ ਕਰ ਲੈਣਾ। ਅਸੀਂ ਉਦੇਸ਼ ਨੂੰ ਨਾ ਜਾਣਿਆ ਕਰਕੇ ਹੀ ਸਾਡੇ 'ਚ ਇਹ ਸਮੱਸਿਆਵਾਂ ਪੈਦਾ ਹੋ ਰਹੀਆਂ। ਕਿਉਂਕਿ ਸਾਰਾ ਹਰ ਆਦਮੀ ਜੋ ਹੈ, ਹਰੇਕ ਆਦਮੀ ਬਾਬਾ ਸਾਹਿਬ ਜੀ ਦਾ ਜੋ ਸਾਹਿਤ ਹੈ ਉਹ ਨਹੀਂ ਪੜ੍ਹਦਾ, ਪਰ ਜੋ ਪੜ੍ਹ ਸਕਦੇ ਹਨ ਉਹਨਾਂ ਨੂੰ ਚਾਹੀਦਾ ਕਿ ਉਹ ਬਾਬਾ ਸਾਹਿਬ ਜੀ ਦੁਆਰਾ ਲਿਖਿਆ ਹੋਇਆ ਸਾਹਿਤ ਜਿਹੜਾ ਹੈ ਉਹ ਜ਼ਰੂਰ ਪੜ੍ਹਨ। ਉਸ ਤੋਂ ਬਾਅਦ ਦੂਸਰਾ ਜਿਹੜਾ ਮਰਜ਼ੀ ਪੜ੍ਹਨ ਆਪਣੇ ਗਿਆਨ ਦੇ ਵਾਧੇ ਵਾਸਤੇ। ਪਰ ਇਹ ਬਾਬਾ ਸਾਹਿਬ ਦੀਆਂ ਲਿਖਤਾਂ ਪੜ੍ਹਨੀਆਂ ਬਹੁਤ ਜ਼ਰੂਰੀ ਹਨ, ਕਿਉਂਕਿ ਉਹਨਾਂ ਤੋਂ ਸਾਨੂੰ ਸਹੀ ਇਤਿਹਾਸ ਦਾ ਪਤਾ ਲੱਗਦਾ, ਸਹੀ ਸਮਾਜਿਕ ਵਿਵਸਥਾ ਦਾ ਪਤਾ ਲੱਗਦਾ, ਔਰ ਸਹੀ ਦਿਸ਼ਾ ਨਿਰਦੇਸ਼ ਦਾ ਸਾਨੂੰ ਆਪਣੀ ਦੁਸ਼ਮਣ ਦਾ ਵੀ ਪਤਾ ਲੱਗਦਾ। ਦੁਸ਼ਮਣ ਦਾ ਪਤਾ ਲੱਗਦਾ, ਔਰ ਸਾਨੂੰ ਆਪਣੇ ਦਿਸ਼ਾ ਨਿਰਦੇਸ਼ ਜਿਹੜਾ ਸਹੀ ਮਿਲਦਾ, ਅਸੀਂ ਉਸ ਰਸਤੇ 'ਤੇ ਚੱਲਾਂਗੇ ਤਾਂ ਅਸੀਂ ਜ਼ਰੂਰ ਕਾਮਯਾਬੀ ਹਾਸਲ ਕਰਾਂਗੇ। ਚਾਲ ਸਾਹਿਬ ਜੀ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੰਤ ਵਿੱਚ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਅੰਤ ਵਿੱਚ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਦੇਖੋ, ਬਹੁਤ ਲੰਮੇ ਸਮੇਂ ਤੋਂ ਭਾਰਤ ਵਿੱਚ ਇੱਕ ਅਤਿਆਚਾਰੀ ਸਮਾਜ ਦਾ ਰਾਜ ਰਿਹਾ ਹੈ, ਜਿਸ ਨੂੰ ਬਾਬਾ ਸਾਹਿਬ ਨੇ ਤੋੜਿਆ। ਜੀ। ਬਾਬਾ ਸਾਹਿਬ ਸਾਰੀ ਜੀਵਨ, ਇਸ ਵਾਰੀ ਮੈਂ ਜ਼ਿਆਦਾ ਨਹੀਂ ਵੀ ਕਹਾਂਗਾ, ਕੋਈ ਸਭ ਜਾਣਦੇ ਹੋ ਕਿ ਬਾਬਾ ਸਾਹਿਬ ਨੇ ਜੀਵਨ ਭਰ ਕਿੰਨਾ ਸੰਘਰਸ਼ ਕੀਤਾ, ਕਿੰਨੇ ਦੁੱਖ ਸਹੇ, ਔਰ ਦੁੱਖ ਤਕਲੀਫਾਂ ਇੰਨੇ ਸਹਿ ਕੇ ਸਾਨੂੰ ਮਤਲਬ ਉਸ ਸਮਾਜ ਨੂੰ ਤੋੜਿਆ ਜੀ। ਔਰ ਉਸ ਵਿੱਚ ਸਾਨੂੰ ਬਰਾਬਰਤਾ ਦਾ ਹਿੱਸਾ ਦਵਾਇਆ। ਅਗਰ ਅਸੀਂ ਉਹਨਾਂ ਦੀ ਇਸ ਪ੍ਰਾਪਤੀ ਨੂੰ ਕਾਮਯਾਬ ਨਹੀਂ ਰੱਖ ਸਕਦੇ, ਇਸ ਤੇ ਪਹਿਰਾ ਨਹੀਂ ਦੇ ਸਕਦੇ, ਤਾਂ ਅਸੀਂ ਸੰਭਾਵਨਾ ਹੈ ਕਿ ਮੁੜ ਕੇ ਗੁਲਾਮ ਹੋ ਸਕਦੇ ਹਾਂ। ਇਸ ਲਈ ਹਰੇਕ ਦਾ ਫਰਜ਼ ਬਣਦਾ ਹੈ ਕਿ ਦੁਬਾਰਾ ਉਸ ਅਤਿਆਚਾਰੀ ਸਮਾਜ ਨੂੰ ਭਾਰਤ 'ਤੇ ਹਾਵੀ ਨਾ ਹੋਣ ਦੇਵੇ। ਇਸ ਬਾਰੇ ਆਪਣੇ ਸਤਰਕ ਰਹੇ ਔਰ ਇਸ ਨੂੰ ਦੁਬਾਰਾ ਉੱਪਰ ਉੱਠਣ ਤੋਂ ਰੋਕਣ ਦਾ ਹਰ ਹੀਲਾ ਕਰੇ। ਔਰ ਬਾਬਾ ਸਾਹਿਬ ਜੀ ਦੇ ਮੁਤਾਬਕ ਭਾਰਤ ਵਿੱਚ ਉਹ ਸੋਨੇ ਦੀ ਚਿੜੀਆ ਦੇ ਯੁੱਗ ਵਾਲਾ ਜੋ ਦੀ ਸਭਿਅਤਾ ਸੀ, ਜੋ ਧਰਮ ਸੀ, ਉਸ ਨੂੰ ਵਾਪਸ ਭਾਰਤ ਵਿੱਚ ਪ੍ਰਫੁੱਲਤ ਕਰਨ ਲਈ ਹਰ ਹੀਲੇ, ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਇਹਦੇ ਵਿੱਚ ਹੀ ਸਾਡਾ ਔਰ ਭਾਰਤੀ ਸਮਾਜ ਦਾ, ਪਛੜੇ ਸਮਾਜ ਦਾ ਔਰ ਸਾਰੇ ਭਾਰਤ ਦਾ ਫਾਇਦਾ ਹੈ। ਹਾਂਜੀ ਸਾਥੀਓ, ਇਹ ਸਨ ਜੀ ਟੀ.ਐਲ. ਚਾਹਲ, ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ। ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਆਪਦਾ ਸਾਰਿਆਂ ਦਾ ਧੰਨਵਾਦ ਕਰਦਾ। ਸੋ ਤੁਹਾਡਾ ਵੀ ਟੀ.ਐਲ. ਚਾਹਲ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਸਮਾਂ ਕੱਢ ਕੇ ਆਪਣੇ ਵਿਚਾਰ ਜਿਹੜੇ ਦਿੱਤੇ। ਇੰਨਾ ਹੀ ਕਹਿੰਦਾ ਹੈ ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਨਮੋ ਬੁੱਧਾਏ, ਜੈ ਮੁਨੀਵਾਸ। ਵਿਦੇਸ਼ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦੀ ਮੂਵਮੈਂਟ ਨਾਲ ਬੱਚੇ ਕਿਉਂ ਨਹੀਂ ਜੁੜ ਰਹੇ? ਇਸ ਦੇ ਬੇਟਾ ਜੀ ਕਈ ਕਾਰਨ ਹਨ। ਇਸ ਦਾ ਪਹਿਲਾ ਕਾਰਨ ਹੈ ਕਿ ਵਿਦੇਸ਼ਾਂ ਵਿੱਚ ਆਏ ਲੋਕ ਬਾਬਾ ਸਾਹਿਬ ਦੀ ਮੂਵਮੈਂਟ ਨਾਲ ਬਹੁਤ ਘੱਟ ਜੁੜੇ ਹਨ, ਔਰ ਜੋ ਜੁੜੇ ਹਨ ਉਹਨਾਂ ਦੇ ਬੱਚੇ ਜਿਹੜੇ ਹੈ ਅੱਗੇ ਕਿਉਂ ਨਹੀਂ ਜੁੜ ਰਹੇ? ਇਸ ਦਾ ਪਹਿਲਾ ਕਾਰਨ ਹੈ ਕਿ
ਮਾਂ ਜੋ ਪੈਰੈਂਟ ਹਨ, ਮਾਂ ਪਿਓ ਸੌਰੀ ਉਹਨਾਂ ਦਾ ਮਾਂ-ਬਾਪ ਹਨ, ਉਹ ਖੁਦ ਬਾਬਾ ਸਾਹਿਬ ਦੀ ਮੂਵਮੈਂਟ ਬਾਰੇ ਜ਼ਿਆਦਾ ਨਹੀਂ ਜਾਣਦੇ। ਉਹ ਬੱਚਿਆਂ ਨੂੰ ਉਸ ਬਾਰੇ ਜ਼ਿਆਦਾ ਨਹੀਂ ਦੱਸਦੇ। ਦੂਜਾ ਕਾਰਨ ਹੈ ਕਿ ਬੱਚੇ ਵਿਦੇਸ਼ੀ ਜਿਸ ਦੇਸ਼ ਵਿੱਚ ਵੀ ਹਨ, ਉਸ ਦੇਸ਼ ਦੇ ਕਲਚਰ ਵਿੱਚ ਪੜ ਰਹੇ ਹਨ। ਉਹ ਉਸ ਦੇਸ਼ ਦੀ ਭਾਸ਼ਾ ਜਿਹੜੀ ਹੈ ਉਹ ਜ਼ਿਆਦਾ ਸਮਝਦੇ ਹਨ। ਔਰ ਜੋ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਲੋਕ ਆਏ ਹੋਏ ਹਨ ਔਰ ਜੋ ਜੁੜੇ ਹੋਏ ਹਨ ਬਾਬਾ ਸਾਹਿਬ ਦੀ ਮੂਵਮੈਂਟ ਨਾਲ, ਔਰ ਇਹਨਾਂ ਨੇ ਸੰਸਥਾਵਾਂ ਵੀ ਬਣਾ ਰੱਖੀਆਂ ਹਨ, ਬੜੇ ਲੰਬੇ ਸਮੇਂ ਤੋਂ ਸੰਸਥਾਵਾਂ ਵੀ ਚੱਲ ਰਹੀਆਂ ਹਨ, ਉਹਨਾਂ ਦੇ ਬੱਚੇ ਵੀ ਅੱਗੇ ਹੋ ਕੇ ਇਸ ਮੂਵਮੈਂਟ ਵਿੱਚ ਨਹੀਂ ਆ ਰਹੇ। ਉਸ ਦਾ ਕਾਰਨ ਹੈ ਕਿ ਜਦੋਂ ਵੀ ਕਿਤੇ ਵੀ ਕੋਈ ਪ੍ਰੋਗਰਾਮ ਬਾਬਾ ਸਾਹਿਬ ਜੀ ਸੰਬੰਧ ਦੇ ਵਿੱਚ ਰੱਖਿਆ ਜਾਂਦਾ ਹੈ, ਚਾਹੇ ਉਹਨਾਂ ਦਾ ਜਨਮ ਦਿਨ ਹੋਵੇ, ਨਿਰਵਾਣ ਦਿਵਸ ਹੋਵੇ, ਦੀਕਸ਼ਾ ਦਿਵਸ ਹੋਵੇ, ਉਹ ਸਾਰੇ ਦਾ ਸਾਰਾ ਪ੍ਰੋਗਰਾਮ ਪੰਜਾਬੀ ਭਾਸ਼ਾ ਵਿੱਚ ਹੁੰਦਾ। ਔਰ ਪੰਜਾਬੀ ਭਾਸ਼ਾ ਜਿਹੜੀ ਆ ਉਹ ਬੱਚਿਆਂ ਤੇ ਪਕੜ ਨਹੀਂ ਪਾ ਪਾਉਂਦੀ, ਉਹ ਸਮਝ ਨਹੀਂ ਪਾਉਂਦੇ। ਔਰ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਜਿਨ੍ਹਾਂ ਗੱਲਾਂ ਦਾ ਪ੍ਰਚਾਰ ਕੀਤਾ ਜਾਂਦਾ, ਉਹ ਬੱਚੇ ਉਹਨਾਂ ਗੱਲਾਂ ਦੇ ਨਾਲ ਰਿਲੇਟ ਨਹੀਂ ਕਰ ਪਾਉਂਦੇ, ਕਿਉਂਕਿ ਬੱਚੇ ਇੱਕ ਅਲੱਗ ਸਮਾਜ ਦੇ ਵਿੱਚ ਪੜ ਰਹੇ ਨੇ, ਇੱਕ ਅਲੱਗ ਸੱਭਿਅਤਾ ਵਿੱਚ ਪੜ ਰਹੇ ਹੁੰਦੇ ਆ। ਅਗਰ ਉਹਨਾਂ ਨੂੰ ਉਸ ਦੇਸ਼ ਦੀ ਬੋਲੀ ਦੇ ਵਿੱਚ ਸਮਝਾਇਆ ਜਾਵੇ, ਦੱਸਿਆ ਜਾਵੇ, ਉਹਨਾਂ ਦੀ ਉਸ ਦੇਸ਼ ਦੀ ਬੋਲੀ ਵਿੱਚ ਉਸ ਪ੍ਰੋਗਰਾਮਾਂ ਦੇ ਵਿੱਚ ਗੱਲਾਂ ਦੱਸੀ ਜਾਣ, ਭਾਸ਼ਣ ਦਿੱਤੇ ਜਾਣ, ਤਾਂ ਫਿਰ ਉਹ ਈਜ਼ਲੀ ਸਮਝ ਸਕਦੇ ਆ। ਪਰ ਕਿਉਂਕਿ ਇਹ ਇੱਕ ਪ੍ਰਚਲਿਤ ਹੋ ਚੁੱਕਾ, ਜਿੰਨੇ ਵੀ ਪ੍ਰੋਗਰਾਮ ਹੁੰਦੇ ਆ, ਹਰ ਇੱਕ ਭਾਸ਼ਣ, ਗੀਤ, ਸੰਗੀਤ, ਜੋ ਕੁਛ ਵੀ ਹੁੰਦਾ ਉਹ ਸਾਰਾ ਪੰਜਾਬੀ ਭਾਸ਼ਾ ਦੇ ਵਿੱਚ ਹੁੰਦਾ। ਔਰ ਉੱਥੇ ਗੱਲਾਂ ਜਿਹੜੀਆਂ ਕੀਤੀ ਜਾਂਦੀਆਂ ਪੁਰਾਤਨ ਸੱਭਿਅਤਾ ਦੀਆਂ, ਜਾਤ ਪਾਤ ਦੀਆਂ, ਊਚ ਨੀਚ ਦੀਆਂ, ਇਹ ਗੱਲਾਂ ਬੱਚੇ ਇਹਨਾਂ ਗੱਲਾਂ ਦੇ ਨਾਲ ਆਪਣੇ ਆਪ ਨੂੰ ਰਿਲੇਟ ਨਹੀਂ ਕਰ ਪਾ ਰਹੇ, ਕਿਉਂਕਿ ਉਹਨਾਂ ਨੇ ਇਹੋ ਜਿਹਾ ਮਾਹੌਲ ਦੇਖਿਆ ਨਹੀਂ ਹੁੰਦਾ। ਉਹ ਇੱਕ ਵਧੀਆ ਮਾਹੌਲ ਦੇ ਵਿੱਚ ਪਲਦੇ ਆ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਜਾਤ ਪਾਤ ਕੀ ਹੁੰਦੀ ਆ, ਇਹ ਊਚ ਨੀਚ ਕੀ ਹੁੰਦੀ ਆ। ਉਹ ਆਪਣੇ ਆਪ ਨੂੰ ਇਹਨਾਂ ਗੱਲਾਂ ਦੇ ਨਾਲ ਰਿਲੇਟ ਨਹੀਂ ਕਰ ਪਾ ਰਹੇ, ਤੇ ਇਸ ਕਰਕੇ ਉਹਨਾਂ ਤੇ ਉਹ ਮਤਲਬ ਬੜਾ ਅੱਗੇ ਹੋ ਕੇ ਹਿੱਸਾ ਨਹੀਂ ਲੈ। ਓਕੇ, ਤੁਹਾਡਾ ਧੰਨਵਾਦ। ਜੈ ਭੀਮ, ਜੈ ਭਾਰਤ। ਇਨਵਾਈਟ ਕਰ